ਵਾਹਿਗੁਰੂ ਸਾਹਿਬ ਜੀ। ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਆ। ਨਦੀਆਂ ਅਤੈ ਵਾਹਾ ਪਵਹਿ ਸਮੁੰਦ ਨਾ ਜਾਣੀਐ। ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨਹੁ ਨਾ ਵੀਸਰਹਿ। ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨਹੁ ਨਾ ਵੀਸਰਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ। ਗੁਰਸੰਗਤ ਨਸੀਬ ਹੋਈ ਔਰ ਆਪ ਭਾਗਾਂ ਵਾਲੇ ਗੁਰਸਿੱਖ ਗੁਰ ਸ਼ਬਦ ਨਾਲ ਸੁਰਤ ਜੋੜ ਕੇ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ ਦੀ ਸਾਂਝ ਪਾ ਰਹੇ ਹੋ। ਅਗਾਧ ਬੋਧ ਅਗੰਮੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਲੁਕਾਈ ਦੇ ਭਲੇ ਵਾਸਤੇ ਤਾਰਨਹਾਰੀ ਸ਼੍ਰੀ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਤੁਸੀਂ ਸੁਣ ਰਹੇ ਹੋ ਔਰ ਮਹਾਰਾਜ ਨੇ ਕਿਰਪਾ ਕੀਤੀ ਹੈ। ਅੱਜ 23ਵੀਂ ਪੌੜੀ ਜਿਸ ਦਾ ਪਾਠ ਆਪ ਜੀ ਨੇ ਸੁਣਿਆ। ਦੋ ਬੰਦਾਂ ਦੀ ਇਹ ਪਵਿੱਤਰ ਪੌੜੀ ਹੈ ਪਰ ਬਾਣੀ ਟਿਕਾਓ ਬਹੁਤ ਮੰਗਦੀ ਸਾਧ ਸੰਗਤ। ਸੁਰਤ ਦੀ ਇਕਾਗਰਤਾ ਬਹੁਤ ਮੰਗਦੀ ਹੈ। ਸਰੀਰ ਕਰਕੇ ਸਪਰਸ਼ ਕਰਨਾ ਬੜਾ ਸੁਖਾਲਾ ਹੈ। ਸਰੀਰ ਕਰਕੇ ਨੇੜੇ ਹੋਣਾ ਬੜਾ ਸੁਖੈਨ ਹੈ। ਸੁਰਤ ਕਰਕੇ ਜੁੜਨਾ ਇਹ ਕਿਸੇ ਕਿਸੇ ਦੇ ਹਿੱਸੇ ਆਇਆ। ਬਹੁਤ ਇਕੱਠ ਹੁੰਦੇ ਆ ਤੇ ਬਹੁਤੇ ਇਕੱਠ ਸਰੀਰਾਂ ਦਾ ਮੇਲਾ ਬਣ ਕੇ ਰਹਿ ਜਾਂਦੇ ਆ। ਸੁਭਾਗੇ ਸਿੱਖ ਨੇ ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜਦੀ ਹੈ। ਧੰਨ ਨੇ ਉਹ ਸਰਵਣ ਜਿਹੜੇ ਸਰਵਣਾਂ ਨੇ ਸੁਣਿਆ ਤੇ ਸੁਰਤ ਤੱਕ ਪਹੁੰਚਾ ਦਿੱਤਾ ਤੇ ਜਿਨ੍ਹਾਂ ਕੰਨਾਂ ਨੇ ਸੁਣਿਆ ਹੋਇਆ ਸੁਰਤ ਤੱਕ ਨਹੀਂ ਪਹੁੰਚਾਇਆ। ਭਾਈ ਸਾਹਿਬ ਜੀ ਕਹਿੰਦੇ ਧ੍ਰਿਗ ਸਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨੀ। ਧ੍ਰਿਗ ਜਿਹਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ। ਜ਼ੁਬਾਨ ਗੁਰੂ ਦੇ ਸ਼ਬਦ ਨੂੰ ਛੱਡ ਕੇ ਕਿਸੇ ਹੋਰ ਦੇ ਪਿੱਛੇ ਲੱਗ ਕੇ ਮੰਤਰ ਭਾਲਦੀ ਫਿਰੇ, ਰੱਟਦੀ ਫਿਰੇ। ਇਸੇ ਤਰ੍ਹਾਂ ਸਰਵਣ ਗੁਰੂ ਦੀ ਬਾਣੀ ਨੂੰ ਛੱਡ ਕੇ ਕਿਸੇ ਹੋਰ ਪਾਸਿਓਂ ਗਿਆਨ ਦੀ ਅਭਿਲਾਖਾ ਰੱਖਣ। ਸਾਡੇ ਕੋਲ ਬਾਣੀ ਦਾ ਸਾਗਰ ਜਿਹੜਾ ਉਹ ਗਿਆਨ ਦਾ ਸਮੁੰਦਰ ਹੈ। ਤੋ ਸੁਭਾਗੇ ਨੇ ਉਹ ਸਰਵਣ ਜਿਨ੍ਹਾਂ ਨੇ ਸੁਣਿਆ ਤੇ ਸੁਰਤ ਤੱਕ ਪਹੁੰਚਾ ਦਿੱਤਾ। ਮਹਾਰਾਜ ਨੇ ਇਹ ਪਵਿੱਤਰ ਪੌੜੀ ਦੇ ਅੰਦਰ ਦੋ ਗੱਲਾਂ ਕੀਤੀਆਂ। ਜਿੰਨੀ ਕੁ ਮਹਾਰਾਜ ਦੀ ਸੋਝੀ ਸੱਚੇ ਸਾਹਿਬ ਦੀ ਦਿੱਤੀ ਹੋਈ
ਜਿੰਨੀ ਕੁ ਸਮਝ ਮਹਾਰਾਜ ਦੇ ਰਹੇ ਆ, ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ। ਤਾਂ ਮੈਨੂੰ ਜੋ ਮਹਿਸੂਸ ਹੋਇਆ ਪੌੜੀ ਨੂੰ ਪੜ੍ਹਦਿਆਂ, ਦੋ ਗੱਲਾਂ ਸਤਿਗੁਰੂ ਜੀ ਨੇ ਕੀਤੀਆਂ। ਪਹਿਲੀ ਗੱਲ, ਵੱਡਾ ਕੌਣ ਹੈ, ਦੂਜੀ ਗੱਲ, ਛੋਟਾ ਕੌਣ ਹੈ। ਜੇ ਮੋਟੇ ਜਿਹੇ ਰੂਪ 'ਚ ਜਿੰਨੀ ਕੁ ਸਮਝ ਆਉਂਦੀ ਹੈ, ਸੌਖਾ ਜਿਹਾ ਕਹਿਣਾ ਹੋਵੇ, ਪਰ ਇਹਨੂੰ ਤੁਸੀਂ ਸੁਣਿਆ ਬੜੇ ਧਿਆਨ ਨਾਲ, ਬੜੀ ਇਕਾਗਰਤਾ ਨਾਲ ਸੁਣਿਆ, ਤੇ ਦੋ ਗੱਲਾਂ ਮੇਰੀ ਸਮਝ ਵਿੱਚ ਪਈਆਂ। ਜਿਵੇਂ ਗੁਰੂ ਸਾਹਿਬ ਕਹਿ ਰਹੇ ਆ ਵੀ ਪਹਿਲੀ ਗੱਲ, ਵੱਡਾ ਕੌਣ ਹੈ, ਛੋਟਾ ਕੌਣ ਹੈ। ਇਸ ਦੁਨੀਆ ਉੱਤੇ ਇਹੀ ਤੇ ਝੇੜਾ ਹੈ, ਇਹੀ ਤੇ ਬੰਦਾ ਸਾਬਤ ਕਰਦਾ ਮਰ ਜਾਂਦਾ ਸਾਰੀ ਜ਼ਿੰਦਗੀ। ਵੱਡਾ ਹੋਣ ਦਾ ਹੀ ਭਰਮ ਪਾਲੀ ਬੈਠਾ ਮਨੁੱਖ। ਤੇ ਸਾਡਾ ਜਿਹੜਾ ਪੈਰਾਮੀਟਰ ਹੈ ਵੱਡਾ ਹੋਣ ਦਾ, ਜੋ ਅਸੀਂ ਨਿਰਧਾਰਤ ਕੀਤਾ ਹੋਇਆ ਵੱਡਾ ਹੋਣ ਦਾ ਰੁਤਬਾ, ਮਰਤਬਾ, ਅਸੀਂ ਵੇਖਦੇ ਹਾਂ ਕਿਸੇ ਕੋਲ ਧਨ ਕਿੰਨਾ ਹੈ, ਕਿਸੇ ਕੋਲ ਸ਼ੋਹਰਤ ਕਿੰਨੀ ਹੈ, ਕਿਸੇ ਕੋਲ ਪਦਵੀ ਕਿੱਡੀ ਵੱਡੀ ਹੈ, ਕਿਸੇ ਕੋਲ ਸਰੀਰਕ ਬਲ ਕਿੰਨਾ, ਕਿਸੇ ਕੋਲ ਰਾਜਸੀ ਬਲ ਕਿੰਨਾ ਹੈ। ਇਹ ਚੀਜ਼ਾਂ ਨੂੰ ਅਸੀਂ ਦੁਨਿਆਵੀ ਚੀਜ਼ਾਂ ਨੂੰ ਵੇਖ ਕੇ ਕਹਿੰਦੇ ਹਾਂ ਵੱਡਾ ਬੰਦਾ ਹੈ। ਇਹੀ ਕਾਰਨ ਹੈ ਕਿ ਦੇਸ਼ ਵਿੱਚ ਸਭ ਤੋਂ ਵੱਡਾ ਮੰਨਿਆ ਜਾਂਦਾ ਸੀ ਕਿ ਰਾਜਾ ਵੱਡਾ ਹੈ, ਉਹਦੇ ਕੋਲ ਫੌਜ ਵੱਡੀ ਹੈ, ਉਹਦੇ ਕੋਲ ਖਜ਼ਾਨਾ ਵੱਡਾ ਹੈ, ਉਹਦੇ ਕੋਲ ਖੇਤਰ ਵੱਡਾ ਹੈ, ਉਹਦੇ ਕੋਲ ਨੌਕਰ ਬਹੁਤੇ ਨਹੀਂ, ਉਹਦੇ ਕੋਲ ਮਹਿਲ ਵੱਡਾ ਹੈ, ਘਰ ਵੱਡਾ ਹੈ। ਇਸੇ ਵੱਡੇ ਹੋਣ ਦੀ ਦੌੜ 'ਚ ਅੱਜ ਵੀ ਲੱਗੇ ਹੋਏ ਹਾਂ ਵੀ ਵੱਡਾ ਘਰ ਹੋਏਗਾ ਅਸੀਂ ਵੱਡੇ ਸਦਵਾਵਾਂਗੇ, ਵੱਡੀ ਗੱਡੀ ਹੋਏਗੀ ਅਸੀਂ ਵੱਡੇ ਸਦਵਾਵਾਂਗੇ। ਮਨੁੱਖ ਵੱਡਾ ਦਿਸਣਾ ਚਾਹੁੰਦਾ। ਸਾਧ ਸੰਗਤ, ਗੁਰੂ ਸਾਹਿਬ ਜੀ ਨੂੰ ਪੁੱਛੀਏ ਵੀ ਵੱਡਾ ਕੌਣ ਹੈ ਤੇ ਛੋਟਾ ਕੌਣ ਹੈ। ਬੜੀ ਸੋਹਣਾ ਭੇਦ ਸਤਿਗੁਰੂ ਜੀ ਅੱਜ ਦੱਸ ਰਹੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਤਰਾ ਛੋਟਾ ਹੁੰਦਾ। ਕਤਰਾ ਹੁੰਦਾ ਇੱਕ ਬੂੰਦ, ਤੇ ਬੂੰਦ ਦੇ ਵੀ ਕਿੰਨੇ ਸਾਰੇ ਜਦੋਂ ਕਤਰੇ ਬਣਦੇ, ਕਿਸੇ ਏਦਾਂ ਉਂਗਲ ਤੋਂ ਪਾਣੀ ਦੀ ਬੂੰਦ ਡਿੱਗਦੀ ਹੋਵੇ ਨਾ, ਤੇ ਉਸ ਪਾਣੀ ਦੀ ਬੂੰਦ ਨੂੰ ਅਸੀਂ ਏਦਾਂ ਨਹੁੰ ਤੇ ਉਂਗਲ ਅੰਗੂਠਾ ਰੱਖ ਕੇ ਏਦਾਂ ਝਟਕੀਏ ਤੇ ਇੱਕ ਬੂੰਦ ਦੇ ਸੈਂਕੜੇ ਕਤਰੇ ਬਣ ਜਾਂਦੇ। ਮਤਲਬ ਬੂੰਦ ਦੇ ਵੀ ਕਈ ਸੌਵੇਂ ਹਿੱਸੇ, ਜਿਹਨੂੰ ਸ਼ਾਇਦ ਕਈ ਵਾਰੀ ਸਾਡੀ ਨੰਗੀ ਅੱਖ ਵੀ ਨਾ ਵੇਖ ਸਕਦੀ ਹੋਵੇ। ਇੰਨੀ ਛੋਟੀ ਚੀਜ਼, ਸੂਖਮ ਚੀਜ਼। ਹੁਣ ਅਸੀਂ ਉਹਦੀ ਹੋਂਦ ਨੂੰ ਵੇਖ ਕੇ, ਉਹਦੇ ਵਜੂਦ ਨੂੰ ਵੇਖ ਕੇ ਅਸੀਂ ਕਹਾਂਗੇ ਇਹ ਛੋਟਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਜੇ ਉਹੀ ਕਤਰਾ ਸਮੁੰਦਰ ਦੇ ਨਾਲ ਸਮਾ ਜਾਏ, ਉਹ ਵੱਡਾ ਹੋ ਜਾਂਦਾ ਹੈ, ਉਹ ਸਾਗਰ ਬਣ ਜਾਂਦਾ ਹੈ। ਕਤਰਿਆਂ ਦਾ ਸਮੂਹ ਬਣਾਇਆ ਜਿਹੜਾ ਗੁਰੂ ਸਾਹਿਬ ਜੀ ਨੇ ਸੰਗਤ ਸਥਾਪਿਤ ਕੀਤੀ ਨਾ ਜੀ ਦੁਨੀਆ ਉੱਤੇ। ਭਗਤੀ ਦਾ ਮਾਰਗ ਸੰਗਤ। ਗੁਰੂ ਨਾਨਕ ਸਾਹਿਬ ਜੀ ਦਾ ਕੋਈ ਪੁੱਛੇ ਵੀ ਭਗਤੀ ਦਾ ਮਾਰਗ ਕੀ ਹੈ, ਕੋਈ ਜੰਗਲ ਨਹੀਂ, ਕੋਈ ਗੁਫਾ ਨਹੀਂ, ਕੋਈ ਪਹਾੜ ਨਹੀਂ। ਗੁਰੂ ਨਾਨਕ ਸਾਹਿਬ ਜੀ ਦਾ ਭਗਤੀ ਦਾ ਮਾਰਗ ਸ਼ੁਰੂ ਹੁੰਦਾ ਸੰਗਤ ਤੋਂ। ਬਾਣੀ 'ਚ ਮਹਾਰਾਜ ਬਾਰ-ਬਾਰ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਭਗਤੀ ਦੇ ਮਾਰਗ ਉੱਤੇ ਲੋਕਾਂ ਨੇ ਬੜੇ ਬੜੇ ਔਖੇ ਕਰਮ ਕੀਤੇ। ਸਾਧ ਸੰਗਤ, ਕਿਸੇ ਨੂੰ ਲੱਗਦਾ ਸੀ ਦੇਹੀ ਨੂੰ ਕਸ਼ਟ ਦੇਣਾ ਰੱਬ ਦੀ ਬੜੀ ਵੱਡੀ ਭਗਤੀ ਹੈ। ਨੰਗੇ ਰਹਿਣਾ, ਭੁੱਖੇ ਰਹਿਣਾ, ਇਸ ਸਰੀਰ ਨੂੰ ਵੱਖਰੇ ਵੱਖਰੇ ਰੰਗਾਂ ਨਾਲ ਰੰਗਣਾ। ਕੋਈ ਚੰਦਨ ਦਾ ਲੇਪ ਕਰ ਰਿਹਾ, ਕੋਈ ਹਲਦੀ ਦਾ ਲੇਪ ਕਰ ਰਿਹਾ, ਕੋਈ ਸਵਾਹ ਦਾ ਲੇਪ ਕਰ ਰਿਹਾ। ਉਹ ਕਹਿੰਦਾ ਸਵਾਹ ਲੇਪ ਕੀਤਿਆਂ ਵੱਡਾ ਭਗਤ ਬਣੀਦਾ, ਕੋਈ ਕਹਿੰਦਾ ਚੰਦਨ ਦੇ ਟਿੱਕੇ ਲਾਇਆ ਵੱਡਾ ਭਗਤ ਬਣੀਦਾ। ਆਪੋ ਆਪਣਾ ਤਰੀਕਾ ਸੀ। ਕੋਈ ਸਵੇਤੰਬਰ ਬਣਿਆ, ਪਿਤੰਬਰ ਬਣਿਆ, ਦਿਗੰਬਰ ਬਣਿਆ। ਸਵੇਤੰਬਰ ਕਹਿੰਦੇ ਸੀ ਸਫੇਦ ਕੱਪੜੇ ਪਾਉਣ ਵਾਲੇ, ਪਿਤੰਬਰ ਕਹਿੰਦੇ ਸੀ ਪੀਲੇ ਕੱਪੜੇ ਪਾਉਣ ਵਾਲਾ, ਦਿਗੰਬਰ ਕਹਿੰਦੇ ਸੀ ਨੰਗਾ ਹੀ ਰਹਿਣ ਵਾਲਾ। ਗੁਰੂ ਨਾਨਕ ਦਾ ਕੋਈ ਪੁੱਛੇ ਵੀ ਭਗਤੀ ਦਾ ਮਾਰਗ ਕੀ ਹੈ, ਕੋਈ ਮਜ਼ਦੂਰ ਮਜ਼ਦੂਰੀ ਕਰ ਰਿਹਾ, ਕੋਈ ਕਿਸਾਨ ਖੇਤੀ ਕਰ ਰਿਹਾ, ਕੋਈ ਵਪਾਰ ਕਰ ਰਿਹਾ, ਕੋਈ ਦੁਕਾਨ ਕਰ ਰਿਹਾ। ਉਹਦੇ ਕੋਲ ਦੋ ਚੀਜ਼ਾਂ ਹੋਣ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਾਠ ਪੜਿਓ ਅਰ ਵੇਦ ਵਿਚਾਰਿਓ,
ਨਿਵਲ ਭੰਗਮ ਸਾਧੇ। ਇਹ ਜਿਹੜਾ ਨਿਵਲ ਭੰਗਮ ਸੀ ਨਾ, ਨਿਉਲੀ ਕਰਮ ਕਰੈ ਬਹੁ ਆਸਣ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨਾ ਜਾਵੇ। ਇਹ ਬੜੇ ਔਖੇ ਕਰਮ ਸੀ ਜੀ। ਨਿਉਲੀ ਸਰੀਰ ਦੇ ਅੰਦਰ ਜੋਗੀ ਕਹਿੰਦੇ ਸੀ ਸੱਪ ਵਾਂਗ ਨਾੜੀ ਆ, ਉਹਦੇ ਵਿੱਚ ਸਾਹ ਰੋਕ ਲੈਣੇ ਆ, ਸਾਲਾਂ ਬੱਧੀ ਵਰਿਆਂ ਬੱਧੀ ਮੁੱਦਤਾਂ ਬੱਧੀ ਜੂ ਸਕਦੇ ਆ ਅਸੀਂ, ਸਾਹ ਹੀ ਰੋਕ ਲਏ ਅਸੀਂ, ਮੁੱਕਣ ਹੀ ਨਹੀਂ ਦਿੱਤੇ ਸਵਾਸ। ਹੁਣ ਇਹ ਔਖੇ ਤੋਂ ਔਖੇ ਕਰਮ ਕਰਨ ਵਾਲੇ ਇਹ ਧੰਦੇ ਨੂੰ ਭਗਤੀ ਸਮਝ ਲਿਆ। ਕੋਈ ਕਹਿੰਦਾ ਮੇਰੇ ਕੋਲ ਬੁੱਧੀ ਬੜੀ ਹੈ, ਗਿਆਨ ਬੜਾ ਹੈ। ਕੋਈ ਕਹਿੰਦਾ ਮੈਂ ਰਟਨ ਬਹੁਤ ਕੀਤਾ ਹੋਇਆ, ਉਹ ਗਿਣਤੀਆਂ ਹੀ ਲਿਖਦਾ, ਸਾਰੀ ਉਮਰ ਮਰ ਜਾਂਦਾ ਜੀ, ਮੇਰੀਆਂ ਗਿਣਤੀਆਂ ਕਿੰਨੀਆਂ ਪੂਰੀਆਂ ਹੋ ਗਈਆਂ। ਪਾਠ ਪੜ੍ਹਿਓ ਤੇ ਗਿਆਨ ਨੂੰ ਵਿਚਾਰਨਾ, ਅਰ ਵੇਦ ਵਿਚਾਰ। ਵੇਦ ਵਿਚਾਰਨ ਦਾ ਮਤਲਬ ਗਿਆਨ ਦੀ ਬੜੀ ਸੂਖਮ, ਵਾਲਾਂ ਦੀ ਖੱਲ ਲਾ ਦਿੱਤੀ। ਇੰਨਾ ਸੂਖਮ ਗਿਆਨੀ, ਇੰਨਾ ਵੱਡਾ ਧਰਮ ਦਾ ਦਾਰਸ਼ਨਿਕ ਫਿਲਾਸਫਰ, ਬੜੇ ਬੜੇ ਔਖੇ ਸਰੀਰਕ ਕਿਰਿਆਵਾਂ ਕੀਤੀਆਂ। ਨਿਵਲ ਭੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਤੇ ਫਿਰ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ। ਸਿੱਖੀ ਦੇ ਅੰਦਰ ਸਾਧ ਸੰਗਤ ਸਭ ਤੋਂ ਸ੍ਰੇਸ਼ਟ ਕਰਮ ਹੈ। ਵਾਹਿਗੁਰੂ ਜੀ ਦਾ ਜਸ ਗੁਣ ਕੀਰਤੀ, ਉਹਨੂੰ ਨਾਮ ਕਹੀਏ, ਕੀਰਤਨ ਕਹੀਏ, ਸੋਲੇ ਕਹੀਏ, ਗੀਤ ਕਹੀਏ। ਵਾਹਿਗੁਰੂ ਜੀ ਦੇ ਗੀਤ ਗਾਣੇ, ਭਜ ਮਨ ਮੇਰੇ ਇੱਕੋ ਨਾਮ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਉਹਨੂੰ ਕੀਰਤੀ ਕਹੀਏ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਸੰਗਤ ਕੀ ਹੈ? ਕਤਰਿਆਂ ਨੂੰ ਜੋੜ ਜੋੜ ਕੇ ਕੀ ਬਣਦਾ ਜੀ? ਕਈ ਬੂੰਦਾਂ ਅਸਮਾਨ ਤੋਂ ਡਿੱਗਦੀਆਂ, ਪਾਣੀ ਦੀਆਂ ਬੂੰਦਾਂ ਅਸਮਾਨ ਤੋਂ ਡਿੱਗਦੀਆਂ, ਜਿਹਨੂੰ ਅਸੀਂ ਬਰਸਾਤ ਕਹਿੰਦੇ ਆ। ਤੇ ਜਦੋਂ ਬੂੰਦਾਂ ਇਕੱਠੀਆਂ ਹੁੰਦੀਆਂ ਤੇ ਕੀ ਬਣ ਜਾਂਦਾ? ਨਦੀ, ਦਰਿਆ। ਤੇ ਉਹ ਨਦੀ ਦਰਿਆ ਕੀ ਕਰਦਾ ਜੀ? ਸਮੁੰਦਰ 'ਚ ਜਾ ਕੇ ਸਮੁੰਦਰ ਬਣ ਜਾਂਦਾ। ਡਿੱਗੀ ਤੇ ਬੂੰਦ ਸੀ, ਬੜੀ ਛੋਟੀ ਜੀ ਬੂੰਦ ਅਸਮਾਨ ਤੋਂ ਡਿੱਗੀ ਸੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਜੇ ਉਹ ਬੂੰਦ ਮਿੱਟੀ 'ਚ ਪੈ ਜਾਂਦੀ ਤੇ ਚਿੱਕੜ ਹੋ ਜਾਣੀ ਸੀ, ਮੁੱਕ ਜਾਣੀ ਸੀ। ਪਰ ਉਹ ਨਦੀ ਨਾਲ ਮਿਲ ਗਈ ਤੇ ਸਮੁੰਦਰ ਤੱਕ ਪਹੁੰਚ ਗਈ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਅਸਮਾਨੋਂ ਡਿੱਗੀ ਹੋਈ ਪਵਿੱਤਰ ਬੂੰਦ, ਤੇ ਉਹ ਧੂੜ ਵਿੱਚ ਪੈ ਗਈ, ਮਿੱਟੀ 'ਚ ਪੈ ਗਈ। ਇਹ ਸਾਡੀ ਜ਼ਿੰਦਗੀ ਦਾ ਸੱਚ ਹੈ ਸਾਧ ਸੰਗਤ। ਜੇ ਕੋ ਸੰਗਤ 'ਚ ਪੈ ਗਏ ਤੇ ਚਿੱਕੜ ਹੋ ਗਏ, ਛੱਪੜੀਆਂ ਬਣ ਗਏ ਬਹੁਤ ਸਾਰੇ ਲੋਕ। ਪਾਣੀ ਦਾ ਘੁੱਟ ਜੇ ਵਹਾਅ ਨਾਲੋਂ ਟੁੱਟ ਜਾਏ ਤੇ ਕੀ ਬਣ ਜਾਂਦਾ ਜੀ? ਛੱਪੜੀ। ਉਹਦਾ ਆਪਣਾ ਇੱਕ ਦਾਇਰਾ, ਆਪਣੀ ਇੱਕ ਵਲਗਣ ਹੈ। ਤੇ ਜੇ ਉਹ ਪ੍ਰਵਾਹ ਦੇ ਨਾਲ ਚੱਲ ਪਿਆ ਤੇ ਮੰਜ਼ਲ ਤੇ ਤੁਰਿਆ ਤੁਰਿਆ ਸਮੁੰਦਰ ਬਣ ਗਿਆ। ਬਹੁ ਗਿਣਤੀ ਵਿੱਚ ਅਸੀਂ ਆਪਣੀ ਦੁਨੀਆ ਵਸਾ ਕੇ, ਆਪਣੀਆਂ ਵਲਗਣਾ ਕੱਢ ਕੇ, ਆਪਣੇ ਦਾਇਰੇ ਮਿੱਥ ਕੇ ਛੱਪੜੀਆਂ ਬਣ ਗਏ। ਜੇ ਕਿਤੇ ਕਤਰਿਆਂ ਦਾ ਸਮੂਹ ਬਣ ਜੇ, ਜਿਹਨੂੰ ਗੁਰੂ ਨੇ ਸੰਗਤ ਕਿਹਾ, ਸਭ ਤੋਂ ਸ੍ਰੇਸ਼ਟ ਮਾਰਗ ਵਡਭਾਗੀ ਹਰ ਸੰਗਤ ਪਾਵੈ, ਸਾਧ ਕੈ ਸੰਗ ਨਾਹੀਂ ਕਿਛ ਘਾਲ। ਕਮਾਲ ਹੋ ਗਈ। ਕਤਰਾ ਡਿੱਗਿਆ, ਉਹਨੇ ਆਪਣਾ ਆਪਾ ਛੱਡ ਦਿੱਤਾ, ਨਿਊਟਰਲ ਹੋ ਗਿਆ ਬਿਲਕੁਲ। ਜੇ ਇਕੱਲਾ ਹੁੰਦਾ ਤੇ ਪਤਾ ਨਹੀਂ ਕੀ ਕੀ ਕਰਨਾ ਪੈਣਾ ਸੀ। ਪਰ ਜਦੋਂ ਉਹੀ ਕਤਰਾ ਪ੍ਰਵਾਹ ਦੇ ਨਾਲ ਰਲਿਆ, ਆਪਣੇ ਆਪ ਹੀ ਉਹ ਪ੍ਰਵਾਹ ਨੂੰ ਵੱਡੇ ਸਮੁੰਦਰ ਤੱਕ ਲੈ ਗਿਆ, ਸਾਗਰ ਹੋ ਗਿਆ। ਤਾਂ ਗੁਰੂ ਸਾਹਿਬ ਜੀ ਸਾਨੂੰ ਵੱਡੇ ਹੋਣ ਦੀ ਜਾਚ ਦੱਸ ਰਹੇ ਆ। ਪਰ ਵੱਡੇ ਹੋਣ ਵਾਸਤੇ ਕਰਨਾ ਕੀ ਹੈ? ਉਸ ਕਤਰੇ ਨੂੰ ਆਪਾ ਮਿਟਾਉਣਾ ਪੈਣਾ। ਸਾਗਰ ਬਣਨ ਲਈ, ਸਮੁੰਦਰ ਬਣਨ ਲਈ ਉਸ ਬੂੰਦ ਨੂੰ ਆਪਾ ਮਿਟਾਉਣਾ ਪੈਣਾ। ਜਦੋਂ ਆਪਾ ਮਿਟਾ ਦਿੱਤਾ, ਉਦੋਂ ਬੂੰਦ ਸਾਗਰ ਹੋ ਗਈ। ਇਹਦੇ ਤੋਂ ਘੱਟ ਸੌਦਾ ਹੀ ਨਹੀਂ ਹੋਣਾ ਸਾਧ ਸੰਗਤ ਜੀ। ਆਪਾ ਬਚਾ ਕੇ ਤੇ ਅਸੀਂ ਕਹੀਏ ਕਿ ਅਸੀਂ ਰੱਬ ਨੂੰ ਪਾ ਲਿਆ, ਦੋ ਗੱਲਾਂ ਨਹੀਂ ਹੋਣੀਆਂ ਸਾਧ ਸੰਗਤ ਜੀ। ਆਪ ਗਵਾਈ ਹੈ ਤਾਂ ਸਹੁ ਪਾਈ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਵੈ ਮਾਨ। ਇਹ ਤੇ ਸਾਧਨ ਨੇ ਸਾਰੇ ਸਾਡੇ ਕੋਲ ਸਾਧ ਸੰਗਤ ਜੀ। ਭਾਵੇਂ ਬੰਦਗੀ 'ਚ ਜੁੜਿਆ ਸਿੱਖ ਤੂੰ ਦੀ ਧੁਨ ਅਲਾਪ ਰਿਹਾ, ਭਾਵੇਂ ਸਿੱਖ ਸੰਗਤ ਦੇ ਜੋੜੇ ਝਾੜ ਰਿਹਾ, ਲੰਗਰ ਦੇ ਜੂਠੇ ਭਾਂਡੇ ਮਾਂਜ ਰਿਹਾ, ਝਾੜੂ ਦੇ ਰਿਹਾ, ਇਹ ਤੇ ਸਿਰਫ ਆਪਾ ਮਿਟਾਉਣ ਦੇ। ਬਾਬਾ ਦੀਪ ਸਿੰਘ ਜੀ ਨੇ ਇਹੀ ਕਿਹਾ ਸੀ। ਹਜ਼ੂਰ ਨੇ ਪੁੱਛਿਆ ਕਲਗੀਆਂ ਵਾਲੇ ਸਾਹਿਬ ਜੀ ਨੇ
ਗੁਰੂ ਦਾ ਵੀ ਤੇ ਧਿਆਨ ਹੁੰਦਾ ਨਾ ਸਿੱਖ ਵੱਲ, ਕੱਲਾ ਸਿੱਖ ਦਾ ਹੀ ਧਿਆਨ ਥੋੜਾ ਗੁਰੂ ਵਾਲੇ ਪਾਸੇ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਤੇ ਸੱਚੇ ਸਾਹਿਬ ਜੀ ਦਾ ਧਿਆਨ ਸੀ ਸਿੱਖ ਦੀ ਸੇਵਾ ਨੂੰ ਫਲ ਲੱਗਣਾ ਸੀ। ਬੜੀ ਸ਼ਿੱਦਤ ਦੇ ਨਾਲ ਬਰਤਨ ਮਾਂਜ ਕੇ ਵਿੱਚ ਤੱਕਦੇ ਨੇ ਬਾਬਾ ਦੀਪ ਸਿੰਘ, ਫਿਰ ਸੋਧਦੇ ਆ। ਇੰਨੀ ਸ਼ਿੱਦਤ ਨਾਲ, ਇੰਨੀ ਧੁਨ ਵਿੱਚ ਆਲਾ ਦੁਆਲਾ ਸਭ ਕੁਝ ਗਵਾ ਦਿੱਤਾ, ਭੁੱਲ ਗਿਆ। ਹੁਣ ਸਧਾਰਨ ਪੁਰਖ ਨਹੀਂ ਹੈ ਬਾਬਾ ਦੀਪ ਸਿੰਘ ਜੀ, ਉਹ ਕਿੱਡੇ ਵੱਡੇ ਵਿਦਵਾਨ ਨੇ। ਅਸੀਂ ਤੇ ਸਿਰਫ ਖੰਡਾ ਫੜਦਿਆਂ ਹੀ ਵੇਖਿਆ ਨਾ ਉਹਨਾਂ ਨੂੰ। ਉਹ ਕਿੱਡੇ ਵੱਡੇ ਵਿਦਵਾਨ ਨੇ। ਅੱਜ ਸਾਨੂੰ ਸਾਧ ਸੰਗਤ ਕੋਈ ਕਹੇ ਕਿ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਉਤਾਰਾ ਕਰ ਦਿਓ ਤੇ ਸਾਡੀ ਜ਼ਿੰਦਗੀ ਲੱਗ ਜਾਏਗੀ, ਸਫਲ ਨਹੀਂ ਹੁੰਦੇ ਅਸੀਂ। ਬਹੁਤ ਧਿਆਨ ਚਾਹੀਦਾ, ਬਹੁਤ ਟਿਕਾਓ ਚਾਹੀਦਾ। 4 ਉਤਾਰੇ ਬਾਬਾ ਦੀਪ ਸਿੰਘ ਜੀ ਨੇ, ਤੇ ਪੋਥੀਆਂ ਕਿੰਨੀਆਂ ਕੁ ਲਿਖੀਆਂ ਪਤਾ ਨਹੀਂ। 4 ਉਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ। ਬਾਣੀ ਦੇ ਅੱਖਰ ਅੱਖਰ ਦੀ ਵਿਚਾਰ ਨੂੰ ਗੌਰ ਨਾਲ ਵਾਚਣ ਵਾਲੇ, ਸੁਣਨ ਵਾਲੇ, ਬੜੀ ਸੰਜੀਦਾ ਸੋਚ ਵਾਲੇ। ਤੇ ਹਜ਼ੂਰ ਬਰਤਨ ਮਾਂਜਦਿਆਂ ਨੂੰ ਪੁੱਛਦੇ ਆ ਵੀ ਦੀਪ ਸਿੰਘ ਬੜੀ ਰੀਝ ਨਾਲ ਭਾਂਡੇ ਮਾਂਜਦੇ ਹੋ, ਬੜੀ ਰੀਝ ਨਾਲ ਝਾੜੂ ਦਿੰਦੇ ਹੋ, ਫਰਸ਼ ਸੁੰਬਰਦੇ ਹੋ। ਬਾਬਾ ਦੀਪ ਸਿੰਘ ਜੀ ਨੇ ਕਿਹਾ ਸੀ, ਸੱਚੇ ਪਾਤਸ਼ਾਹ ਇਹ ਬਰਤਨ ਤੇ ਸਿਰਫ ਇੱਕ ਵਸੀਲਾ ਹੈ, ਮੈਂ ਤੇ ਇਹ ਬਰਤਨ ਮਾਂਜਦਾ ਆਪਣਾ ਮਨ ਮਾਂਜਣ ਦਾ ਯਤਨ ਕਰ ਰਿਹਾ। ਜਦੋਂ ਬਰਤਨ ਮਾਂਜਿਆ ਮਤਲਬ ਮਨ ਨੀਵਾਂ। ਦੁਨੀਆ ਦੇ ਮਹਾਨ ਆਲਮ ਭਾਈ ਨੰਦ ਲਾਲ ਜੀ ਸਿੱਖਾਂ ਦੀ ਜੂਠ ਮਾਂਜਦੇ ਆ, ਤੇ ਪੁੱਛਣ ਵਾਲੇ ਕਹਿੰਦੇ ਤੁਸੀਂ ਤੇ ਵਿਦਵਾਨ ਬੜੇ ਸੀ, ਤੁਸੀਂ ਤੇ ਔਰੰਗਜ਼ੇਬ ਦੀ ਸਭਾ ਦੇ ਵਿੱਚ ਤੁਹਾਡੇ ਵਰਗਾ ਕੋਈ ਵਿਦਵਾਨ ਨਹੀਂ ਸੀ, ਉਹਦੇ ਬੱਚਿਆਂ ਨੂੰ ਤੁਸੀਂ ਵਿਦਿਆ ਪੜਾਉਂਦੇ ਸੀ, ਫਾਰਸੀ ਪੜਾਉਂਦੇ ਸੀ, ਤੁਸੀਂ ਇੱਥੇ ਸਿੱਖਾਂ ਦੀ ਜੂਠ ਮਾਂਜ ਰਹੇ ਹੋ। ਤੇ ਭਾਈ ਨੰਦ ਲਾਲ ਜੀ ਨੇ ਇਹੀ ਜਵਾਬ ਦਿੱਤਾ ਸੀ ਵੀ ਭਲਿਆ ਇੱਥੇ ਜੂਠ ਮਾਂਜਦਿਆਂ ਜਦੋਂ ਮਿਟਿਆ ਨਾ, ਉਦੋਂ ਜ਼ਿੰਦਗੀ ਪ੍ਰਾਪਤ ਹੋਈ ਹੈ। ਜਿੱਥੇ ਉੱਚਾ ਹੋ ਕੇ ਵਿਦਵਾਨ ਬਣ ਕੇ ਬੈਠਾ ਸੀ, ਉੱਥੋਂ ਮੌਤ ਦੇ ਫਤਵੇ ਮਿਲੇ ਸੀ। ਤੋ ਸਤਿਗੁਰੂ ਜੀ ਸਾਨੂੰ ਅੱਜ ਇਸ ਪਵਿੱਤਰ ਪੌੜੀ ਦੇ ਰਾਹੀਂ ਸਮਝਾ ਰਹੇ ਵੀ ਵੱਡਾ ਕਿਵੇਂ ਹੋਣਾ, ਛੋਟਾ ਕਿਵੇਂ ਹੋਣਾ। ਵੱਡਾ ਹੋਣਾ ਕਤਰੇ ਤੋਂ ਸਮੁੰਦਰ ਬਣਨਾ, ਤੇ ਛੋਟਾ ਹੋਣਾ ਕਿ ਵੱਡੇ ਹੋਣ ਦਾ ਭਰਮ ਪਾਲ ਲੈਣਾ। ਬਸ ਆ 2 ਗੱਲਾਂ ਨੇ ਸਾਧ ਸੰਗਤ। ਜਾਬੇ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਆਪਸ ਕੋ ਜੋ ਭਲਾ ਕਹਾਵੈ, ਤਤ ਕੱਢਿਆ ਮਹਾਰਾਜ ਨੇ ਮੈਂ ਵੱਡਾ। ਭਰਮ ਪਾਲ ਕੇ ਬੈਠਾ ਬੰਦਾ, ਮੂੰਹੋਂ ਨਾ ਵੀ ਕਹੇ, ਕਈ ਵਾਰੀ ਮੂੰਹੋਂ ਸ਼ਬਦ ਵਰਤਦਾ ਦਾਸ, ਨਿਮਾਣਾ, ਨਿਤਾਣਾ, ਨਾਚੀਜ਼, ਪਰ ਅੰਦਰ ਦੀ ਜਿਹੜੀ ਆਵਾਜ਼ ਹੈ ਉਹ ਇਹ ਚਾਹੁੰਦੀ ਹੈ, ਪ੍ਰਭਤਾ ਦੀ ਭੁੱਖ ਪ੍ਰਗਟ ਕਰਦੀ ਹੈ। ਤੇ ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਇਹ ਬਹੁਤ ਅਨਮੋਲ ਬਚਨ, ਸਮਝ ਲਈਏ ਤੱਤ ਨੂੰ ਸਾਧ ਸੰਗਤ। ਸਾਲਾਹੀ ਸਾਲਾਹ, ਇੱਥੋਂ ਸ਼ੁਰੂ ਕੀਤੀ ਪੌੜੀ। ਸਿਫਤ ਸਲਾਹ ਕਰਦਿਆਂ ਬਿਆਨ ਕਰਦਿਆਂ ਉਹਨੂੰ, ਉਹਦੀ ਸਿਫਤ ਸਲਾਹ ਨੂੰ, ਉਹਦੇ ਗੁਣਾਂ ਨੂੰ, ਉਹਦੀਆਂ ਵਡਿਆਈਆਂ ਨੂੰ। ਹੁਣ ਸਧਾਰਨ ਬੰਦਾ ਕਹੇਗਾ ਮੈਂ 2 ਮਿੰਟ ਬੋਲ ਕੇ ਮੇਰੇ ਕੋਲ ਤੇ ਅੱਖਰ ਮੁੱਕ ਗਏ, ਪਰ ਵਿਦਵਾਨ ਕਹੇਗਾ, ਗੁਣੀ ਕਹੇਗਾ ਮੈਂ ਤੇ ਘੰਟਿਆਂ ਬੱਧੀ ਇਸ ਵਿਸ਼ੇ ਤੇ ਬੋਲ ਸਕਦਾ। ਬਹੁਤਾ ਵੱਡਾ ਵਿਦਵਾਨ ਹੈ, ਬਹੁਤਾ ਵੱਡਾ ਗਿਆਨੀ ਹੈ, ਬਹੁਤਾ ਵੱਡਾ ਪੰਡਤ ਹੈ। ਵਾਹਿਗੁਰੂ ਜੀ ਦੇ ਇੱਕ ਇੱਕ ਗੁਣ ਦੇ ਉੱਤੇ ਘੰਟਿਆਂ ਬੱਧੀ, ਕਈ ਦਿਨਾਂ ਤੱਕ ਲੈਕਚਰ ਦੇ ਸਕਦਾ। ਮੰਨ ਲਓ ਵਾਹਿਗੁਰੂ ਜੀ ਦੇ ਗੁਣ ਨੇ ਨਾ ਜੀ, ਕਰਤਾ ਪੁਰਖ, ਨਿਰਭਉ, ਨਿਰਵੈਰ, ਸਤਨਾਮ, ਇਹ 7 ਉੱਤੇ ਕਈ ਦਿਨ ਬੋਲ ਸਕਦਾ ਹੈ। ਇੱਕ ਓਂਕਾਰ ਉੱਤੇ ਕਈ ਦਿਨ ਬੋਲ ਸਕਦਾ ਹੈ। ਨਿਰਵੈਰ ਸ਼ਬਦ ਉੱਤੇ ਕਈ ਦਿਨ। ਗੁਣਾਂ ਦੀ ਗੱਲ ਕਰਦੇ ਆ, ਬੜੀ ਵੱਡੀ ਸਿਫਤ ਸਲਾਹ ਕਰ ਸਕਦਾ। ਗੁਰੂ ਸਾਹਿਬ ਜੀ ਕਹਿੰਦੇ, ਧੰਨ ਗੁਰੂ ਨਾਨਕ ਮਹਾਰਾਜ ਜੀ, ਜਿੰਨੀ ਕੁ ਅਕਲ ਆ ਰਹੀ ਹੈ, ਅਗਾਧ ਬੋਧ ਬਚਨ ਨੇ ਮਹਾਰਾਜ ਦੇ। ਸਾਹਿਬ ਕਹਿੰਦੇ ਵੀ ਸਿਫਤ ਸਲਾਹ ਕਰਦਿਆਂ ਜ਼ਿੰਦਗੀਆਂ ਲੰਘ ਜਾਣ। ਸਾਲਾਹੀ ਸਾਲਾਹ, ਏਤੀ ਸੁਰਤ ਨਾ ਪਾਈਆ। ਸਿਫਤ ਸਲਾਹ ਕਰਦਿਆਂ ਬੜੀ ਵਿਦਵਤਾ, ਬੜਾ ਗਿਆਨ, ਬੜੀ ਸਮਝ, ਬੜੀ ਅਕਲ, ਬੜੀ ਚਤਰਾਈ। ਏਤੀ ਸੁਰਤ ਨਾ ਪਾਈਆ, ਕੀ ਨਹੀਂ ਸਮਝਿਆ, ਕੀ ਨਹੀਂ ਪਤਾ ਲੱਗਿਆ ਜੀ।
ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ। ਨਹੀਂ ਸਮਝ ਸਕਿਆ। ਕਿਉਂ? ਕਿਉਂਕਿ ਇਹ ਨਹੀਂ ਪਤਾ ਲੱਗਿਆ ਕਿ ਜਦੋਂ ਕੋਈ ਕਤਰਾ ਨਦੀ, ਕੋਈ ਪ੍ਰਵਾਹ ਸਮੁੰਦਰ 'ਚ ਡਿੱਗਦਾ, ਉਹ ਮਿਟ ਜਾਂਦਾ, ਉਹ ਸਮੁੰਦਰ ਹੋ ਜਾਂਦਾ, ਉਹਦੀ ਆਪਣੀ ਹੋਂਦ ਨਹੀਂ ਰਹਿੰਦੀ। ਤੂੰ ਸਿਫਤ ਸਲਾਹ ਕਰ ਕਰਕੇ ਇਹ ਨਹੀਂ ਜਾਣ ਸਕਿਆ ਕਿ ਉਹ ਕਿੱਡਾ ਕੁ ਬੇਅੰਤ ਹੈ। ਇਹਨੂੰ ਫਿਰ ਥੋੜਾ ਬਰੀਕੀ ਨਾਲ ਸਮਝ ਲਿਓ। ਪਹਿਲਾਂ ਅੱਖਰ ਅੱਖਰ ਸਮਝਿਓ। ਸਾਲਾਹੀ ਸਾਲਾਹ, ਉਹਦੀ ਸਿਫਤ ਸਲਾਹ ਕਰੀ ਜਾ ਰਿਹਾ। ਏਤੀ ਸੁਰਤ ਨਾ ਪਾਈ ਆ, ਇੰਨੀ ਸਮਝ ਨਹੀਂ ਪਈ, ਇੰਨੀ ਗੱਲ ਸੁਰਤ 'ਚ ਨਹੀਂ ਆਈ। ਕੀ ਨਹੀਂ ਸਮਝਿਆ? ਕਿ ਵਾਹਿਗੁਰੂ ਜੀ ਦੀ ਵਡਿਆਈ ਕੀ ਹੈ। ਬੜੀ ਸਿਫਤ ਸਲਾਹ ਕੀਤੀ, ਬੜਾ ਵੱਡਾ ਗਿਆਨੀ ਹੈ। ਏਤੀ ਸੁਰਤ ਨਾ ਪਾਈ ਆ, ਇੰਨੀ ਕੁ ਗੱਲ ਨਹੀਂ ਪਤਾ ਲੱਗੀ ਕਿ ਅਸਲ ਵਿੱਚ ਉਹਨੂੰ ਮਿਲਣਾ ਕਿਵੇਂ ਸੀ। ਉਦਾਹਰਨ ਦਿੱਤੀ ਮਹਾਰਾਜ ਨੇ, ਕਹਿੰਦੇ ਨਦੀਆਂ ਤੇ ਪ੍ਰਵਾਹ ਚੱਲਦੇ ਆ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ। ਫਿਰ ਉਹਦੀ ਕੋਈ ਹੋਂਦ ਹਸਤੀ ਲੱਭ ਸਕਦਾ? ਭਾਵੇਂ ਉਹ ਨਦੀਆਂ ਹੋਣ, ਭਾਵੇਂ ਉਹ ਨਾਲੇ ਛੋਟੇ ਪ੍ਰਵਾਹ ਹੋਣ, ਵੱਡੇ ਦਰਿਆ ਹੋਣ, ਪਵੈ ਸਮੁੰਦ ਨਾ ਜਾਣੀਆਂ। ਜਦੋਂ ਸਮੁੰਦਰ 'ਚ ਸਮਾ ਗਏ ਫਿਰ ਨਹੀਂ ਕੋਈ ਪਛਾਣ ਸਕਦਾ। ਜਿਹਨੂੰ ਦਸ਼ਮੇਸ਼ ਪਿਤਾ ਜੀ ਕਹਿੰਦੇ, ਹਰ ਜਨ ਦੋਏ ਏਕ ਹੈ। ਹੁਣ ਸਮੱਸਿਆ ਇੱਥੇ ਆ ਸਾਧ ਸੰਗਤ ਜੀ, ਉਹ ਇੱਕ ਕਹਾਣੀ ਆ ਨਾ ਜੀ, ਕਿਸੇ ਨੇ ਪਤੰਗੇ ਨੂੰ ਦਾਵਾ ਕਰਦਾ ਸੀ ਮੈਂ ਪਤੰਗਾ ਹਾਂ। ਕੋਈ ਨਕਲੀ ਸੀ ਤੇ ਦਾਵਾ ਕਰੇ ਕਿ ਮੈਂ ਪਤੰਗਾ ਹਾਂ, ਲਾਟ ਤੇ ਸ਼ਮਾ ਤੇ ਜਲ ਮਿਟਣ ਵਾਲਾ ਪਤੰਗਾ ਤੇ ਆਪਾ ਕੁਰਬਾਨ ਕਰਦਾ ਸ਼ਮਾ ਵੇਖ ਕੇ, ਤੇ ਉਹ ਕਹੇ ਮੈਂ ਪਤੰਗਾ ਹਾਂ, ਮੈਂ ਤੇ ਕੁਰਬਾਨ ਕਰ ਦਿੰਦਾ ਜੀ ਆਪਣਾ ਆਪਾ। ਤੇ ਕਿਸੇ ਦਾਨੇ ਨੇ ਕਿਹਾ ਉਹ ਲਾਟ ਬਲਦੀ ਹੈ, ਜਾ ਦੇਖ ਕੇ ਆਪ ਹੀ ਦੇਖੀ ਭਲਾ ਰੋਸ਼ਨੀ ਲਾਟ ਬਲ ਰਹੀ ਹੈ, ਜਿਹੜੀ ਰੋਸ਼ਨੀ ਦਿਸ ਰਹੀ ਹੈ। ਦੇਖ ਕੇ ਵਾਪਸ ਦੱਸਣ ਆਇਆ, ਕਹਿੰਦਾ ਹਾਂ ਲਾਟ ਬਲ ਰਹੀ ਹੈ। ਕਹਿੰਦਾ ਜਾ ਉਹ ਝੂਠਿਆ, ਜੇ ਪਤੰਗਾ ਹੁੰਦਾ ਤੇ ਦੱਸਣ ਜੋਗਾ ਬਚਣਾ ਹੀ ਨਹੀਂ ਸੀ। ਹੁਣ ਸਾਧ ਸੰਗਤ, ਜਦੋਂ ਇਹ ਦਾਵਾ ਦੱਸਣ ਜੋਗਾ ਬਾਕੀ ਹੈ ਨਾ ਕਿ ਮੈਂ ਗਿਆਨੀ ਹਾਂ, ਠੀਕ ਹੈ, ਜ਼ੁਬਾਨੋਂ ਭਾਵੇਂ ਮਨ ਨਹੀਂ ਕਹਿੰਦਾ ਪਰ ਕਿਤੇ ਨਾ ਕਿਤੇ ਪ੍ਰਗਟ ਜ਼ਰੂਰ ਕਰਦਾ, ਆਪਣਾ ਆਪਾ ਜਣਾਉਂਦਾ। ਇਹਦਾ ਮਤਲਬ ਸਮੁੰਦਰ 'ਚ ਸਮਾਇਆ ਹੀ ਨਹੀਂ ਹੈ। ਜਿਹੜਾ ਕਤਰਾ ਸਮੁੰਦਰ 'ਚ ਸਮਾ ਜਾਂਦਾ, ਉਹ ਸਮੁੰਦਰ ਬਣਦਾ ਹੀ ਇਸ ਵਾਸਤੇ ਹੈ ਕਿ ਆਪਾ ਮਿਟਾ ਦਿੰਦਾ। ਭੇਦ ਨਾ ਜਾਣੋ ਮਾਨਸ ਦੇਹਾ, ਸਰੀਰਾਂ ਦੇ ਫਰਕ ਨਾ ਸਮਝ। ਫਿਰ ਜਿਨ ਹਰ ਜਪਿਆ ਸੇ ਹਰ ਹੋਏ। ਹਰ ਜਪਣ ਵਾਲਾ, ਮੰਨ ਲਓ ਹਰੀ ਕੀ ਹੈ ਸਮੁੰਦਰ, ਤੇ ਜਪਣ ਵਾਲਾ ਕੀ ਹੈ ਕਤਰਾ, ਤੇ ਤੂੰ ਕਰਤਾ ਤੂੰ ਹੁਆ ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਰਿਹਾ ਹੀ ਨਹੀਂ ਸਾਧ ਸੰਗਤ, ਤੂੰ ਹੀ ਦਿਸ ਰਿਹਾ, ਤੂੰ ਹੀ ਦਿਸ ਰਿਹਾ ਮਹਾਰਾਜ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਿਨਾ ਨਾ ਵਿਸਰੈ ਨਾਮ ਸੇਕ ਨਿਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਫਰਕ ਇਹ ਹੈ ਕਿ ਫਿਰ ਆਪਣੀ ਪੂਜਾ ਜੋਗੇ ਨਹੀਂ ਰਹਿ ਗਏ। ਹੁਣ ਕਤਰਾ ਕਹੇ ਕਿ ਲੋਕੋ ਵੇਖੋ ਮੈਂ ਹੈਗਾ, ਨਹੀਂ ਹੈ। ਮੈਂ ਮਿਟਿਆ ਤੇ ਸਮੁੰਦਰ ਹੋਇਆ, ਮੈਂ ਮਿਟਿਆ ਤੇ ਤੂੰ ਹੋ ਗਿਆ। ਨਦੀਆਂ ਅਤੈ ਵਾਹ, ਭਾਵੇਂ ਉਹ ਨਦੀਆਂ ਹੋਣ, ਭਾਵੇਂ ਪਾਣੀ ਦੇ ਹੋਰ ਵਾਹ ਪ੍ਰਵਾਹ ਹੋਣ, ਪਵੈ ਸਮੁੰਦ ਨਾ ਜਾਣੀ ਹੈ। ਫਿਰ ਪਛਾਣ ਖਤਮ ਹੋ ਜਾਂਦੀ ਹੈ। ਫਿਰ ਉਹ ਵੱਖਰੀ ਪੂਜਾ ਨਹੀਂ ਕਰਾਉਂਦਾ ਸਾਧ ਸੰਗਤ ਜੀ, ਫਿਰ ਉਹ ਆਪਣੀ ਵੱਖਰੀ ਹਸਤੀ ਨਹੀਂ ਬਣਾਉਂਦਾ। ਇਹੀ ਕਾਰਨ ਹੈ ਨਾ, ਬੜੇ ਬੜੇ ਮਹਾਨ ਗੁਰਸਿੱਖ ਹੋਏ, ਨਾਮ ਦੇ ਰਸੀਏ ਹੋਏ, ਕੁਰਬਾਨੀ ਵਾਲੇ ਹੋਏ, ਸ਼ਹੀਦ ਹੋਏ, ਭਗਤ ਹੋਏ, ਉਹਨਾਂ ਸਾਰੇ ਮਹਾਂਪੁਰਖਾਂ ਦੀ ਕਮਾਈ ਨੂੰ ਨਮਸਕਾਰ ਹੈ। ਪਰ ਜੇ ਅਸੀਂ ਕਹੀਏ ਕਿ ਅਸੀਂ ਉਹਨਾਂ ਨੂੰ ਵੱਖਰੇ ਕਰਕੇ ਪੂਜਣਾ, ਤੇ ਸਾਡੀ ਅਗਿਆਨਤਾ ਹੈ। ਇਹ ਸਾਡੀ ਸਭ ਤੋਂ ਵੱਡੀ ਮੂਰਖਤਾ ਹੈ ਜੇ ਅਸੀਂ ਕਹੀਏ ਕਿ ਨਹੀਂ, ਅਸੀਂ ਗੁਰੂ ਤੋਂ ਵੱਖ ਕਰਕੇ ਉਹਨਾਂ ਨੂੰ ਪੂਜਣਾ। ਬਹੁਤ ਵੱਡੀ ਸਾਡੀ, ਇਹਦਾ ਮਤਲਬ ਅਸੀਂ ਗੁਰਮਤਿ ਨੂੰ ਨਹੀਂ ਸਮਝਿਆ। ਕਿਉਂਕਿ ਗੁਰਬਾਣੀ ਨੇ ਦੱਸਿਆ ਵੀ ਭਾਈ ਜਿਹੜੇ ਜਿਨ੍ਹਾਂ ਦਾ ਤੁਸੀਂ ਸਤਿਕਾਰ ਕਰ ਰਹੇ ਹੋ, ਜਿਹੜੇ ਗੁਰੂ ਨੂੰ ਪਰਨਾਏ ਗਏ ਆ, ਉਹ ਕਿੱਥੇ ਨੇ ਭਲਾ? ਯਕੀਨ ਕਰਿਓ, ਆਉਣ ਵਾਲੇ 10, 20, 50 ਸਾਲਾਂ ਨੂੰ ਸਿੱਖ ਗੁਰੂ ਨਾਲੋਂ ਜ਼ਿਆਦਾ ਫੋਟੋਆਂ ਨੂੰ ਪੂਜਣ ਲੱਗਣਗੇ।
ਜਿੱਦਾਂ ਦਾ ਪ੍ਰਚਲਨ ਚੱਲ ਰਿਹਾ, ਅਜੇ ਨਹੀਂ ਕੁਝ ਵੀ ਲੱਗ ਰਿਹਾ, ਪਰ 10-20 ਸਾਲਾਂ ਨੂੰ ਬਹੁਤੀ ਦੂਰ ਨਹੀਂ। ਇਹ ਸਾਡੀ ਬੇਸਮਝੀ ਹੋਏਗੀ ਵੀ ਜੇ ਕੋਈ ਕਹੇ ਵੀ ਇਹ ਗੁਰੂ ਨੂੰ ਪਰਨਾਈ ਹੋਈ ਰੂਹ ਹੈ। ਸਾਡੇ ਬੜੇ ਮਹਾਂਪੁਰਖ ਗੁਰਸਿੱਖ ਐਸੇ ਨਾਮ ਦੇ ਰਸੀਏ, ਭਾਵੇਂ ਉਹ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ ਸੀ, ਭਾਵੇਂ ਉਹ ਭਗਤੀ ਦੀ ਸਿਖਰਾਂ ਨੂੰ ਛੂਹਣ ਵਾਲੇ ਸੀ, ਤੇ ਜੇ ਅਸੀਂ ਉਹਨਾਂ ਨੂੰ ਪੁੱਛੀਏ ਵੀ ਅਸੀਂ ਉਹਨਾਂ ਦੇ ਦਰਸ਼ਨ ਕਰਨੇ ਆ, ਕਿੱਥੇ ਹੋਣਗੇ, ਉਹ ਕਿੱਥੇ ਵਸ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਸਮੁੰਦਰ 'ਚ ਸਮਾ ਗਏ ਨੇ। ਸਤਿਗੁਰ ਕੀ ਜਿਸ ਨੂੰ ਮੱਤ ਆਵੇ, ਪਰਨਾਏ ਗਏ ਨਾ ਗੁਰੂ ਦੀ ਮੱਤ ਨੂੰ ਜੀ, ਉਹਨਾਂ ਦੀ ਵਿਚਾਰ 'ਚ ਤੇ ਗੁਰੂ ਦੀ ਵਿਚਾਰ 'ਚ ਫਰਕ ਨਹੀਂ ਰਹਿ ਗਿਆ। ਉਹਨਾਂ ਦੀ ਸੋਚ ਵਿੱਚ ਉਹ ਗੁਰੂ ਵਾਲੀ ਸੋਚ ਹੀ ਉਹਨਾਂ ਦੀ ਸੋਚ ਬਣ ਗਈ। ਤੇ ਸਤਿਗੁਰ ਕੀ ਜਿਸ ਨੂੰ ਮੱਤ ਆਵੇ, ਹੁਣ ਉਹ ਮਹਾਂਪੁਰਖ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਜਾਂ ਫਿਰ ਅਗਲੇ ਦੌਰ 'ਚ ਵੀ ਕਿਹੜੇ ਖਤਮ ਹੋ ਗਏ ਜੀ, ਬੜੇ ਬੜੇ ਨਾਮ ਰਸੀਏ, ਬੜੇ ਬੜੇ ਕੁਰਬਾਨੀ ਵਾਲੇ। ਤੇ ਜਦੋਂ ਆਪਣੀ ਸੋਚ, ਆਪਣੀ ਤਮਾ, ਆਪਣੀ ਜਿਉਣ ਦੀ ਇੱਛਾ, ਆਪਣੀ ਲਾਲਸਾ, ਆਪਣਾ ਮੋਹ, ਆਪਣੀ ਲਾਲਚ, ਕ੍ਰੋਧ, ਸਭ ਕੁਝ ਤਿਆਗਿਆ, ਕੇਵਲ ਗੁਰੂ ਨੂੰ ਸਮਰਪਿਤ ਹੋ ਗਏ, ਤੇ ਫਿਰ ਉਹਨਾਂ ਨੂੰ ਜੁਦਾ ਕਰਕੇ ਨਹੀਂ ਵੇਖਿਆ ਜਾ ਸਕਦਾ। ਉਹ ਸਾਰਿਆਂ ਦਾ ਵਾਸਾ ਕਿੱਥੇ ਹੈ ਜੀ? ਸੋ ਸਤਿਗੁਰ ਮਾਹੇ ਸਮਾਨਾ। ਮਾਹੇ ਦਾ ਮਤਲਬ ਵਿੱਚ। ਇਹ ਤੇ ਉਹ ਅਗਿਆਨਤਾ ਹੈ ਵੀ ਜੇ ਜਿਵੇਂ ਅਸੀਂ ਕਹੀਏ ਜੀ ਪੰਜਾਬ ਵਾਲੇ ਵੀ ਸਾਡਾ ਬਿਆਸ ਆਉਂਦਾ, ਸਾਡਾ ਸਤਲੁਜ ਆਉਂਦਾ, ਸਾਡੀ ਰਾਵੀ ਆਉਂਦੀ ਹੈ, ਤੇ ਆਹ ਸਮੁੰਦਰ ਤੁਹਾਡੇ ਕੋਲ, ਅਸੀਂ ਵੱਖ ਕਰ ਲੈਣਾ ਆਪਣਾ, ਹੈ ਨਾ, ਇੱਥੇ ਕੰਧ ਕੱਢ ਲਈਏ ਸਮੁੰਦਰ 'ਚ, ਤੇ ਅਸੀਂ ਦਾਅਵਾ ਕਰੀਏ ਵੀ ਸਾਡੇ ਕੋਲੋਂ ਆਉਂਦੇ ਨੇ ਸਤਲੁਜ, ਰਾਵੀ, ਬਿਆਸ, ਜਾਂ ਫਿਰ ਝਨਾਬ ਨੂੰ ਵੀ ਵਿੱਚ ਸ਼ਾਮਲ ਕਰ ਲਈਏ। ਇਹਨੂੰ ਵੱਖ ਕਰ ਲਵਾਂਗੇ ਅਸੀਂ, ਉਹ ਤੇ ਸਮਾ ਗਏ ਨੇ। ਤੋ ਮਹਾਰਾਜ ਕਹਿੰਦੇ ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀ ਹੈ। ਪਛਾਣ ਖਤਮ ਹੋ ਗਈ। ਜਦੋਂ ਨਦੀਆਂ ਤੇ ਪ੍ਰਵਾਹ ਸਮੁੰਦਰ 'ਚ ਪਏ, ਉਹ ਲੀਨ ਹੋ ਗਏ, ਉਹ ਸਮਾ ਗਏ। ਹਾਂ, ਅਸੀਂ ਉਹਨਾਂ ਤੋਂ ਪ੍ਰੇਰਨਾ ਲੈ ਸਕਦੇ ਹਾਂ ਵੀ ਅਸੀਂ ਵੀ ਉੱਥੇ ਜਾ ਕੇ ਸਮਾਈਏ। ਸਾਨੂੰ ਉਹਨਾਂ ਦਾ ਸਮਾ ਜਾਣਾ ਉਤਸ਼ਾਹਤ ਕਰ ਸਕਦਾ ਹੈ। ਸਾਡੇ ਅੰਦਰ ਉਹ ਜਜ਼ਬਾ ਪੈਦਾ ਹੋ ਸਕਦਾ ਵੀ ਸਾਨੂੰ ਵੀ ਸਪਿਰਿਟ ਮਿਲੇ, ਸਾਡੇ ਅੰਦਰ ਵੀ ਜਜ਼ਬਾ ਪੈਦਾ ਹੋਵੇ ਵੀ ਅਸੀਂ ਵੀ ਕਤਰੇ ਤੋਂ ਸਮੁੰਦਰ ਬਣੀਏ, ਤੇ ਸਾਨੂੰ ਵੀ ਗੁਰੂ ਗਲ ਨਾਲ ਲਾ ਕੇ ਕਹੇ ਕਿ ਖਾਲਸਾ ਮੇਰੋ ਰੂਪ ਹੈ ਖਾਸ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈ ਹੈ। ਇੰਨੀ ਨਹੀਂ ਸਮਝ ਪਾ ਸਕੇ ਅਜੇ ਤੱਕ ਗਿਆਨੀਆਂ ਕਿ ਉਹਦੇ ਵਿੱਚ ਸਮਾਏ ਹੋਏ ਵੱਖ ਨਹੀਂ ਹੁੰਦੇ। ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ। ਹੁਣ ਅਗਲਾ ਵਿਸ਼ਾ ਜਿਹੜਾ ਮੈਂ ਤਾਂ ਕਿ ਅਸੀਂ ਦੋ ਵਿਸ਼ੇ ਨੇ ਇਹਦੇ ਵਿੱਚ ਸਾਧ ਸੰਗਤ। ਅਗਲੇ ਵਿਸ਼ੇ 'ਚ ਮਹਾਰਾਜ ਕਹਿ ਰਹੇ ਆ ਸਮੁੰਦ ਸਾਹ ਸੁਲਤਾਨ। ਕੋਈ ਕਿੱਡਾ ਵੱਡਾ ਸ਼ਾਹ ਹੋਵੇ ਸਮੁੰਦਰ ਜਿੱਡਾ, ਇਹ ਹੁਣ ਦੂਸਰਾ ਵਿਸ਼ਾ ਹੈ। ਉੱਥੇ ਸਮੁੰਦਰ ਵਾਹਿਗੁਰੂ ਜੀ ਦਾ ਲਖਾਇਕ ਸੀ, ਪਰਮੇਸ਼ਰ ਦਾ। ਇੱਥੇ ਸਮੁੰਦਰ ਦੁਨਿਆਵੀ ਤੌਰ ਤੇ ਵੱਡੇ ਹੋਣ ਦਾ ਪ੍ਰਤੀਕ ਹੈ। ਕੋਈ ਕਿੰਨਾ ਵੱਡਾ ਅਮੀਰ ਹੋਵੇ, ਕਿੱਡੀ ਵੱਡੀ ਪ੍ਰਭਤਾ ਹੋਵੇ ਸਮੁੰਦਰ ਜਿੰਨੀ, ਕਿੰਨਾ ਵੱਡਾ ਖਜ਼ਾਨੇ ਦਾ ਭੰਡਾਰ ਹੋਵੇ ਪਹਾੜਾਂ ਜਿੱਡਾ, ਸੁਮੇਰ ਪਰਬਤ ਜਿੱਡਾ। ਪਹਿਲੇ ਬੰਦ ਵਿੱਚ ਦੱਸ ਦਿੱਤਾ ਵੀ ਵੱਡੇ ਕਿੱਦਾਂ ਹੋਣਾ, ਜਦੋਂ ਕਤਰਾ ਸਮੁੰਦਰ 'ਚ ਸਮਾਇਆ। ਨਦੀਆਂ ਅਤੇ ਵਾਹ ਪਵੈ ਸਮੁੰਦ, ਤੇ ਸਮੁੰਦੀ ਹੋ ਗਿਆ, ਨਾ ਜਾਣੀਏ, ਵੱਖਰਾ ਹੈ ਹੀ ਨਹੀਂ। ਪਹਿਲੇ ਪਦੇ 'ਚ ਦੱਸਿਆ ਵੀ ਵੱਡੇ ਕਿੱਦਾਂ ਹੋਣਾ, ਹੁਣ ਦੂਜੇ ਪਦੇ 'ਚ ਦੱਸਿਆ ਸਾਨੂੰ ਵੀ ਛੋਟੇ ਕੌਣ ਨੇ ਜਿਹੜੇ ਵੱਡੇ ਹੋਣ ਦਾ ਭੁਲੇਖਾ ਖਾਈ ਬੈਠੇ ਆ। ਉਹ ਨਿਗੂਣੇ ਨੇ, ਕੱਖ ਵੀ ਨਹੀਂ, ਭਾਵੇਂ ਦੁਨੀਆ ਦੇ ਸ਼ਹਿਨਸ਼ਾਹ ਬਣ ਜਾਂਦੇ। ਕਿੱਦਾਂ ਦੇ ਹੋਣ? ਸਮੁੰਦਰ ਵਰਗੇ ਬਾਦਸ਼ਾਹ, ਮਤਲਬ ਵੱਡੇ ਸਮੁੰਦਰ ਸਭ ਤੋਂ ਵੱਡਾ ਨਾ ਧਰਤੀ ਦੇ ਵਿੱਚ, ਸਾਰੇ ਦੇਸ਼ਾਂ ਨਾਲੋਂ ਵੱਡਾ ਸਮੁੰਦਰ ਹੈ। ਕਿਸੇ ਦੇਸ਼ ਦੀ ਇੰਨੀ ਧਰਤੀ ਹੈ, ਕਿਸੇ ਇਲਾਕੇ ਦੀ ਇੰਨੀ ਧਰਤੀ ਹੈ, ਤੇ ਸਾਰੀ ਧਰਤੀ ਦੇ ਨਾਲੋਂ ਇਸ ਬ੍ਰਹਿਮੰਡ ਦੇ ਅੰਦਰ, ਇਸ ਸਾਡੀ ਇਸ ਪਲੈਨਟ ਦੇ ਉੱਤੇ ਸਮੁੰਦਰ ਸਭ ਤੋਂ ਵੱਡਾ ਹੈ। ਕੋਈ ਇੰਨਾ ਵੱਡਾ ਹੋ ਜੇ। ਸਮੁੰਦ ਸਾਹ ਸੁਲਤਾਨ, ਕਿੱਡਾ ਵੱਡਾ ਸ਼ਾਹ, ਸਮੁੰਦਰ ਜਿੱਡਾ ਬਾਦਸ਼ਾਹ, ਸੁਲਤਾਨ ਹੋ ਗਿਆ, ਪਾਤਸ਼ਾਹ ਹੋ ਗਿਆ। ਗਿਰਹਾ ਸੇਤੀ ਮਾਲ ਧਨ। ਗਿਰਹਾ ਦਾ ਅਰਥ ਹੈ ਪਹਾੜ। ਗਿਰ ਕਹਿੰਦੇ ਆ ਪਹਾੜ ਨੂੰ, ਪਰਬਤ ਨੂੰ। ਗਿਰਹਾ ਸੇਤੀ, ਵੱਡੇ ਪਹਾੜਾਂ ਜਿੱਡੇ ਦੌਲਤ ਦੇ ਖਜ਼ਾਨੇ, ਸਮੁੰਦਰ ਜਿੱਡੀ ਬਾਦਸ਼ਾਹਤ ਹੋਵੇ। ਮੈਂ ਫਿਰ ਬੇਨਤੀ ਕਰ ਰਿਹਾ
ਕਿ ਜਪਜੀ ਸਾਹਿਬ ਪੜਨ ਵਾਲੇ ਤੁਸੀਂ ਸਾਰੇ ਗੁਰਸਿੱਖ ਬੈਠੇ ਹੋ। ਪਹਿਲੇ ਪਦੇ ਚ ਕਿਹਾ ਛੋਟਾ ਜਿਹਾ ਕਤਰਾ, ਛੋਟੀ ਜੀ ਨਦੀ ਸਮੁੰਦਰ ਕਿੱਦਾਂ ਬਣਦੀ ਹੈ, ਤੇ ਦੂਜੇ ਪਦੇ ਚ ਕਿਹਾ ਵੱਡਾ ਹੋਣ ਦਾ ਭਰਮ ਕਰਨ ਵਾਲਾ ਭਾਵੇਂ ਸਮੁੰਦਰ ਜਿੱਡਾ ਹੋਵੇ ਉਹ ਕਿੰਨਾ ਨਿਗੂਣਾ ਰਹਿ ਜਾਂਦਾ ਜੀ। ਸਮੁੰਦ ਸਾਹਾ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਪਹਾੜਾਂ ਜਿੱਡਿਆ ਉਹਦੇ ਕੋਲ ਖਜ਼ਾਨਾ ਮਾਲ ਧਨ ਹੋਵੇ, ਕੀੜੀ ਤੁੱਲ ਨਾ ਹੋਵਣੀ। ਹੁਣ ਏਡਾ ਵੱਡਾ ਜੀ, ਜਿਹਦੀ ਬਾਦਸ਼ਾਹਤ ਸਮੁੰਦਰ ਜਿੱਡੀ, ਤੇ ਜਿਹਦਾ ਖਜ਼ਾਨਾ ਦੁਨੀਆ ਤੇ ਕਿੰਨੇ ਪਹਾੜ ਨੇ, ਜਿੰਨੇ ਦੁਨੀਆ ਤੇ ਪਹਾੜ ਨੇ ਇੰਨੇ ਅੰਬਾਰ ਉਹਦੇ ਕੋਲ ਖਜ਼ਾਨੇ ਦੇ ਲੱਗੇ ਹੋਣ ਮਾਲ ਧਨ ਦੇ, ਤੇ ਤੁਲਨਾ ਦੇ ਵਿੱਚ ਛੋਟਾ, ਕੀੜੀ ਤੋਂ ਵੀ ਨਿਗੂਣਾ। ਕੀੜੀ ਦਾ ਵਜੂਦ ਛੋਟਾ ਜਿਹਾ, ਤੇ ਇਹ ਜਿਹੜੀ ਸ਼ਹਿਨਸ਼ਾਹੀ ਦਾ ਪ੍ਰਗਟਾਵਾ ਕੀਤਾ, ਵੱਡੇ ਹੋਣ ਦਾ ਪ੍ਰਗਟਾਵਾ ਕੀਤਾ, ਉਹ ਸਮੁੰਦਰਾਂ ਤੇ ਪਰਬਤਾਂ ਜਿੱਡੀ। ਤੇ ਕੰਪੈਰੀਜ਼ਨ ਕਿਹਦੇ ਨਾਲ ਹੈ? ਕੀੜੀ ਨਾਲ। ਤੇ ਕੀੜੀ ਦੇ ਬਰਾਬਰ ਨਹੀਂ। ਕਿਉਂ ਭਲਾ? ਜੇ ਕੀੜੀ ਦੇ ਅੰਦਰ ਵਾਹਿਗੁਰੂ ਵਸਿਆ ਹੋਵੇ, ਜੇ ਤਿਸ ਮਨੋ ਨਾ ਵਿਸਰੈ। ਹੁਣ ਦੱਸੋ ਵੱਡਾ ਕੌਣ ਹੋਇਆ? ਕੌਣ ਵੱਡਾ? ਮਾਇਆ ਵਡਿਆਈ? ਤੇ ਸਤਿਗੁਰੂ ਜੀ ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡੇ ਦੀ ਯਾਦ, ਵੱਡੇ ਦਾ ਹਿਰਦੇ 'ਚ ਵਸਣਾ, ਵੱਡੇ ਦਾ ਆ ਕੇ ਪ੍ਰਗਟ ਹੋਣਾ ਨਿਗੂਣਿਆਂ ਨੂੰ ਵੱਡਾ ਕਰ ਦਿੰਦਾ ਹੈ, ਨੀਚਾਂ ਤੋਂ ਊਚ ਕਰ ਦਿੰਦਾ ਹੈ। ਕਹਿੰਦੇ ਮੈਂ ਨੀਚ ਕੀਟ ਕੋ ਰਾਜ। ਨਿਗੂਣਾ ਕੋਈ ਨਹੀਂ ਜਾਣਦਾ ਜਿਹਨੂੰ। ਬਸਤਾ ਮਹਿਲਾਂ ਦੀ ਗੱਲ ਛੱਡ, ਤੇਰਾ ਮਹਿਲ ਵੇਖ ਕੇ ਨਹੀਂ ਕਿਸੇ ਨੇ ਕਹਿਣਾ ਵੀ ਇਹ ਵੱਡਾ ਬੰਦਾ ਹੈ, ਖਾਸ ਕਰਕੇ ਜਦੋਂ ਗੁਰੂ ਦੇ ਕੋਲੋਂ ਸਰਟੀਫਿਕੇਟ ਲੈਣਾ। ਸਾਧ ਸੰਗਤ ਜੀ, ਮੈਂ ਸਦਾ ਹੀ ਪ੍ਰਮਾਣ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਚਾਕਰੀ ਕਰਦੇ ਆ, ਉੱਥੋਂ ਦੀ ਚਰਨ ਧੂੜ ਲੈਂਦੇ ਆ, ਜੂ ਰਹੇ ਆ, ਤੇ ਮੈਂ ਅਕਸਰ ਪ੍ਰਮਾਣ ਜ਼ਿਆਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਹੀ ਦਿੰਦਾ। ਹੁਣ ਉੱਥੇ ਜਦੋਂ ਗੁਰੂ ਕੇ ਲਾਲ ਤੇ ਮਾਂ ਜੀ ਠੰਡੇ ਬੁਰਜ ਵਿੱਚ ਸਨ ਨਾ ਜੀ, ਤੇ 2 ਤਰ੍ਹਾਂ ਦੀ ਰੋਟੀ ਆਈ ਸੀ ਉਹਨਾਂ ਵਾਸਤੇ, ਮਤਲਬ ਖਾਣ ਵਾਸਤੇ ਆਫਰ ਜਿਹੜੀ ਆਈ ਸੀ। ਇਹ ਨਹੀਂ ਸੀ ਕਿ ਵਜ਼ੀਦਾ ਜਿਹੜਾ ਹਾਕਮ ਸੀ ਉਹ ਰੋਟੀ ਨਹੀਂ ਸੀ ਦੇਣਾ ਚਾਹੁੰਦਾ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਂ ਗੁਜਰੀ ਜੀ ਨੂੰ ਇਹ ਨਹੀਂ ਕਿ ਵਜ਼ੀਦਾ ਰੋਟੀ ਨਹੀਂ ਸੀ ਦੇਣਾ ਚਾਹੁੰਦਾ, ਉਹ ਬੜੀ ਚੰਗੀ ਚੋਖੀ ਰੋਟੀ ਦੇਣਾ ਚਾਹੁੰਦਾ ਸੀ। ਉਹ ਤੇ ਬਹੁਤ ਵਧੀਆ ਰੋਟੀ ਦਾ ਲਾਲਚ ਦੇਣਾ ਚਾਹੁੰਦਾ ਸੀ ਵੀ ਏਦਾਂ ਦੀ ਮਿਲੇਗੀ, ਆ ਖਾ ਕੇ ਵੇਖੋ। ਪਰ ਉਹਦੀ ਚੰਗੀ ਚੋਖੀ, ਉਹਦੇ ਦਿੱਤੇ ਹੋਏ 36 ਪ੍ਰਕਾਰ ਦੇ ਵਿਅੰਜਨਾਂ ਦੇ ਨਾਲ ਕੀ ਸੀ? ਮਾਨਸਿਕ ਗੁਲਾਮੀ। ਤੇ ਮੇਰੇ ਸਾਹਿਬ ਦੇ ਲਾਲਾਂ ਦੇ ਅੰਦਰ ਜਿਹੜੀ ਗੁਰਮਤ ਦੀ ਦ੍ਰਿੜਤਾ ਸੀ ਨਾ, ਉਹਨਾਂ ਨੇ ਆਪਣੇ ਮਨ ਦੇ ਚਾਹਤ ਨੂੰ, ਆਪਣੀ ਵਾਸ਼ਨਾ ਨੂੰ, ਆਪਣੇ ਲੋਭ ਨੂੰ, ਆਪਣੀ ਭੁੱਖ ਨੂੰ ਜਿੱਤ ਲਿਆ ਤੇ ਵਜੀਦੇ ਦੀ ਚੰਗੀ ਚੋਖੀ ਨੂੰ ਜਵਾਬ ਦੇ ਦਿੱਤਾ। ਦੂਜੇ ਪਾਸੇ ਜਿਹਦੇ ਕੋਲ 4 ਘੁੱਟਾਂ ਦੁੱਧ ਹੈ, ਤੇ ਉਹ ਵੀ ਕਿਸ ਕੀਮਤ ਤੇ ਖਰੀਦਿਆ? ਆਪਣੇ ਪਰਿਵਾਰ ਦੇ 4 ਜੀ ਕੋਲੂ ਚ ਪੀੜ ਕੇ। ਤੇ ਵੱਡਾ ਕੌਣ ਹੋਇਆ? ਇੱਕ ਰਾਜਾ ਹੈ, ਮਹਿਲਾਂ ਚ ਵਸਦਾ ਹੈ, ਉਹਦੇ ਬਰਤਨ ਵੀ ਸੋਨੇ ਦੇ ਹੋ ਸਕਦੇ ਆ, ਤੇ ਇੱਕ 4 ਘੁੱਟਾਂ ਦੁੱਧ ਪਿਆਉਣ ਵਾਲਾ ਬਾਬਾ ਮੋਤੀ ਰਾਮ ਮਹਿਰਾ। ਵੱਡਾ ਕੌਣ ਹੋਇਆ? ਸਾਧ ਸੰਗਤ, ਸਿੱਖੀ ਦੇ ਅੰਦਰ ਵੱਡੇ ਹੋਣ ਦਾ ਮਰਤਬਾ ਜਿਹੜਾ ਹੈ ਉਹ ਨਹੀਂ ਹੈ ਜੋ ਅੱਜ ਅਸੀਂ ਸੰਸਾਰ ਤੇ ਸਮਝੀ ਬੈਠੇ ਹਾਂ। ਹਾਲਤ ਸਾਡੀ ਵੀ ਇਦਾਂ ਹੀ ਹੋ ਗਈ ਸਾਧ ਸੰਗਤ। ਜਿਨ੍ਹਾਂ ਨੂੰ ਲੋਕੀ ਨੀਚ ਕਹਿੰਦੇ ਸੀ, ਗੁਰੂ ਨਾਨਕ ਉਹਨਾਂ ਨੂੰ ਵੱਡਿਆਂ ਕਹਿੰਦੇ ਆ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਇੰਨਾ ਵੱਡਾ ਹੋਵੇ ਵੀ ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਪਹਾੜਾਂ ਜਿੱਡੇ ਖਜ਼ਾਨੇ ਹੋਣ, ਕੀੜੀ ਤੁੱਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ। ਪਹਾੜਾਂ ਜਿੱਡੇ ਖਜ਼ਾਨਿਆਂ ਵਾਲਾ ਵੱਡਾ ਨਹੀਂ ਇੱਥੇ, ਇੱਥੇ ਮਲਕ ਭਾਗੋ ਨਹੀਂ ਵੱਡਾ, ਇੱਥੇ ਲਾਲੋ ਵੱਡਾ। ਗੁਰੂ ਸਾਹਿਬ ਜੀ, ਧੰਨ ਗੁਰੂ ਅਰਜਨ ਸਾਹਿਬ ਜੀ, ਸ਼੍ਰੀ ਤਰਨਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਅਕਸਰ ਜਾਂਦੇ ਹੁੰਦੇ ਸੀ। ਤੇ ਇੱਕ ਦਿਨ ਸਰਦੀਆਂ ਦੀ ਰੁੱਤ, ਬਾਰਿਸ਼ ਸ਼ੁਰੂ ਹੋ ਗਈ, ਠੱਕਾ ਵਗੇ, ਠੰਡ ਅੰਤਾਂ ਦੀ, ਬਰਸਾਤ ਲੈ ਪਈ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਹਜ਼ੂਰ ਦੇ ਨਾਲ ਹੋਰ ਪਿਆਰੇ ਗੁਰਸਿੱਖ, ਤੇ ਰਸਤੇ ਦੇ ਵਿੱਚ ਪਿੰਡ ਪੈਂਦਾ ਖਾਨਪੁਰ ਵੀ ਲਿਖਿਆ ਤੇ ਖਾਨ ਰਜ਼ਾਦਾ ਵੀ ਲਿਖਿਆ ਉਹਦਾ ਨਾਮ। ਬੜੇ ਸੋਹਣੇ ਚੁਬਾਰੇ ਨੇ, ਬੜਾ ਸੋਹਣਾ ਪਿੰਡ ਹੈ।
ਤੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਜੀ ਮੌਸਮ ਹੋ ਗਿਆ ਖਰਾਬ, ਰੁੱਤ ਨਹੀਂ ਠੀਕ, ਸਰਦੀ ਹੈ, ਠੱਕਾ ਵਗ ਰਿਹਾ, ਠੰਡ ਹੈ, ਕੱਪੜੇ ਭਿੱਜ ਜਾਣਗੇ, ਰਾਤ ਕੱਟ ਲਈਏ। ਬੜੇ ਬੜੇ ਸੋਹਣੇ ਮਕਾਨ ਬਣੇ, ਚੁਬਾਰੇ ਬਣੇ ਆ। ਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ, ਇਹਨਾਂ ਚੁਬਾਰਿਆਂ 'ਚ ਰਾਤ ਨਹੀਂ ਕੱਟੀ ਜਾ ਸਕਦੀ। ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਇੰਨੇ ਮਕਾਨ ਨੇ, ਕਿਸੇ 'ਚ ਵੀ ਕੱਟ ਲਵਾਂਗੇ। ਜਦੋਂ ਭਾਈ ਸਾਹਿਬ ਜੀ ਨੇ ਕਿਹਾ, ਮਹਾਰਾਜ ਕਹਿਣ ਲੱਗੇ ਠੀਕ ਆ ਭਾਈ। ਤੇ ਸਾਡਾ ਇਤਿਹਾਸ ਕਹਿੰਦਾ ਹੈ ਵੀ ਮੀਂਹ ਪੈ ਰਿਹਾ, ਸਰਦੀ ਦਾ ਮੌਸਮ ਹੈ, ਛੇਤੀ ਦੇਣੀ ਸੂਰਜ ਛੁਪ ਜਾਂਦਾ, ਬੜੇ ਦਰਵਾਜ਼ੇ ਖੜਕਾਏ, ਕੋਈ ਨਿਕਲੇ ਨਾ ਅੰਦਰੋਂ, ਨਿੱਘ ਵਿੱਚ ਵੜੇ ਹੋਏ ਲੋਕ ਕੋਈ ਨਿਕਲੇ ਨਾ। ਤੇ ਹਜ਼ੂਰ ਕਹਿੰਦੇ ਆ ਵੀ ਭਾਈ ਬਿਧੀ ਚੰਦ ਜੀ ਆਓ, ਕੋਈ ਪਿਆਰ ਵਾਲੀ ਰੂਹ ਸਾਨੂੰ ਯਾਦ ਕਰਦੀ, ਚੱਲਦੇ ਉੱਥੇ। ਤੇ ਬਾਹਰ ਕੱਖਾਂ ਦੀ ਛੱਪਰ ਬਣਾ ਕੇ, ਲੋਕਾਂ ਦੀ ਚੱਕੀ ਝੋ ਕੇ, ਉਦੋਂ ਇਲੈਕਟ੍ਰੋਨਿਕ ਸਾਧਨ ਨਹੀਂ ਸੀ ਹੁੰਦੇ ਕਣਕ ਪੀਸਣ ਦੇ, ਤੇ ਮਜ਼ਦੂਰੀ ਕਰਨੀ ਜੀ। ਭਾਈ ਹੇਮਾ, ਕੱਖਾਂ ਦੀ ਛੱਪਰ ਟੁੱਟੀ ਹੋਈ ਹੈ, ਫਟਿਆ ਹੋਇਆ ਭੂਰਾ, ਟੁੱਟੀ ਹੋਈ ਮੰਜੀ, ਤੇ ਮਹਾਰਾਜ ਆਵਾਜ਼ ਦਿੰਦੇ ਆ ਤੇ ਭਾਈ ਹੇਮਾ ਆਪਣਾ ਸਾਰਾ ਕੁਝ ਅਰਪਣ ਕਰ ਦਿੰਦਾ, ਸਾਰਾ ਕੁਝ ਗੁਰੂ ਨੂੰ ਅਰਪਣ ਕਰ ਦਿੰਦਾ। ਉਹੀ ਤੇ ਉਹਦਾ ਖਜ਼ਾਨਾ ਸੀ ਸਾਰਾ ਜੀ। ਚਰਨਾਂ 'ਚ ਖੜ ਕੇ ਰਾਤ ਗੁਜ਼ਾਰਦਾ। ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਆਪ ਕੀਰਤਨ ਕਰਦੇ ਉਹਦੀ ਛੱਪਰ 'ਚ ਬਹਿ ਕੇ। ਜਦੋਂ ਹਜ਼ੂਰ ਨੇ ਗਾਇਆ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ। ਵੱਡਾ ਕੌਣ ਹੈ? ਮੋਹਰ ਗੁਰੂ ਕਿਹਦੇ ਤੇ ਲਾਉਂਦਾ ਜੀ? ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਰ ਸੋਇਨ ਚੁਬਾਰੇ। ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀ। ਜਲ ਜਾਓਏ ਵੱਡਪਣਾ ਮਾਇਆ ਲਪਟਾਏ। ਕੀ ਕਰਨਾ ਕਹਿੰਦੇ ਅਸੀਂ ਵੱਡੇਪਣ ਤੋਂ? ਮਹਿਲ ਬਣੇ ਹੋਣ, ਉੱਥੇ ਵਾਹਿਗੁਰੂ ਚੇਤੇ ਨਾ ਆਵੇ। ਹਜ਼ੂਰ ਕਹਿੰਦੇ ਬਸਤਾ ਮਤਲਬ ਵਾਸਾ, ਰਹਿੰਦਾ। ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ। ਚੀਰ ਕਹਿੰਦੇ ਕੱਪੜਿਆਂ ਨੂੰ, ਵਸਤਰਾਂ ਨੂੰ। ਕੱਪੜੇ ਛੀਨ ਹੋਏ, ਫਟੇ ਹੋਏ, ਛੱਪਰ ਟੁੱਟੀ ਹੋਈ, ਵਾਸਾ ਕੱਖਾਂ ਦੀ ਕੁੱਲੀ ਉਹ ਵੀ ਟੁੱਟੀ ਹੋਈ, ਕੱਪੜੇ ਫਟੇ ਹੋਏ ਨੇ। ਤੇ ਕੋਈ ਸਮਾਜ ਵਿੱਚ ਕੋਈ ਨਾਮ, ਇੱਕ ਹੁੰਦਾ ਨਾ ਬੰਦੇ ਨੂੰ ਦੁਨੀਆ ਜਾਣਦੀ ਹੈ ਜੀ, ਬੜਾ ਨਾਂ ਆ ਜੀ ਉਹਦਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ। ਉਜਾੜਾਂ 'ਚ ਇਕੱਲਾ ਹੀ ਤੁਰਿਆ ਫਿਰਦਾ, ਕੋਈ ਨਹੀਂ ਪੁੱਛਦਾ। ਮਿੱਤਰ ਨਾ ਇੱਠ ਧਨ ਰੂਪਹੀਣ, ਨਾ ਕੋਈ ਬਹੁਤਾ ਚਿਹਰਾ ਪ੍ਰਭਾਵਸ਼ਾਲੀ, ਨਾ ਕੋਈ ਪੱਲੇ ਪੈਸਾ, ਨਾ ਕੋਈ ਦੁਨੀਆ 'ਚ ਸਮਾਜ 'ਚ ਸਰਕਲ ਕੋਈ ਸੱਜਣਾ ਮਿੱਤਰਾਂ ਦਾ। ਮਿੱਤਰ ਨਾ ਇੱਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ। ਰਾਜਾ ਕੌਣ ਹੈ? ਵੱਡਾ ਜੀ। ਰਾਜਾ ਸਗਲੀ ਸ੍ਰਿਸ਼ਟ ਕਾ। ਕਿਉਂ ਕਿਹਾ ਜੀ? ਕੱਖਾਂ ਦੀ ਕੁੱਲੀ 'ਚ ਫਟੇ ਕੱਪੜਿਆਂ ਵਾਲੇ ਨੂੰ ਹਰ ਨਾਮ ਮਨ ਪਿੰਨਾ। ਵਾਹਿਗੁਰੂ ਵਸਿਆ ਹਿਰਦੇ 'ਚ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਪਾਤਸ਼ਾਹੀਆਂ ਨੇ ਗੁਰੂ ਨਾਨਕ ਦੇ ਘਰ ਦੀਆਂ, ਸਾਧ ਸੰਗਤ ਜੀ। ਇੱਥੇ ਵੱਡੇ ਹੋਣ ਵਾਸਤੇ ਕਤਰੇ ਨੂੰ ਮਿਟਣਾ ਪੈਂਦਾ, ਫਿਰ ਉਹ ਸਾਗਰ ਬਣ ਜਾਂਦਾ ਹੈ। ਤੇ ਜਿਹੜੇ ਪਹਾੜਾਂ ਜਿੱਡੇ ਅੰਬਾਰ ਵੱਡੇ ਹੋਣ ਦੀਆਂ ਰੁਤਬਿਆਂ, ਮਰਤਬਿਆਂ, ਦੌਲਤਾਂ, ਖਜ਼ਾਨਿਆਂ, ਸ਼ੋਹਰਤਾਂ, ਤਾਕਤਾਂ ਦੇ ਲੈ ਕੇ ਬੈਠੇ ਆ, ਉਹ ਤਿਣਕੇ ਤੋਂ ਵੀ ਬੱਤਰ ਗੁਰੂ ਦੇ ਘਰ ਨਹੀਂ ਪ੍ਰਵਾਨ ਹੋਏ। ਬੜੇ ਬੜੇ ਰਾਜੇ ਆਏ, ਸਾਧ ਸੰਗਤ। ਕ੍ਰੋਧਿਤ ਹੋ ਗਿਆ ਮਲਕ ਭਾਗੋ ਵੀ ਮੇਰੇ ਘਰ ਨੂੰ ਛੱਡ ਕੇ ਤੁਸੀਂ ਉਹ ਨੀਚ ਦੇ ਘਰ ਬੈਠੇ ਹੋ। ਤੇ ਬਾਬੇ ਨੇ ਮੋਹਰ ਲਾ ਕੇ ਕਿਹਾ ਸਿਰਫ ਅੱਜ ਨਹੀਂ, ਸਦਾ ਵਾਸਤੇ ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸੋ ਕਿਆ ਰੀਸ। ਤੂੰ ਵੱਡੇ ਹੋਣਾ ਤੇ ਮਿਟਣਾ ਪੈਣਾ। ਸਾਧ ਸੰਗਤ, ਵੱਡੇ ਹੋਣ ਵਾਸਤੇ ਕੀ ਹੈ? ਵੱਡੇ ਦੀਆਂ ਵਡਿਆਈਆਂ ਸਾਡੇ ਹਿਰਦੇ 'ਚ ਹੋਣ। ਵੱਡੇ ਹੋਣ ਵਾਸਤੇ ਇੱਕ ਵੇਲ ਹੈ ਨਾ ਜੀ, ਸਿਆਣੇ ਦਾਨੇ ਪੁਰਾਣੇ ਮਹਾਂਪੁਰਖਾਂ ਕੋਲੋਂ ਕਥਾ ਸੁਣਦੇ ਸੀ ਤੇ ਅਕਸਰ ਉਹ ਉਦਾਹਰਨ ਦਿੰਦੇ ਹੁੰਦੇ ਸੀ ਵੀ ਰੂੜੀਆਂ ਤੇ ਉੱਗਣ ਵਾਲੀ ਵੇਲ ਜੇ ਤੇ ਉੱਚੇ ਰੁੱਖ ਨਾਲ ਜੁੜ ਗਈ ਤੇ ਉੱਚੀ ਚਲੀ ਗਈ, ਤੇ ਜੇ ਢੇਰਾਂ 'ਚ ਥੱਲੇ ਚਲੀ ਗਈ, ਟੋਇਆਂ 'ਚ, ਤੇ ਗਲ ਗਈ। ਜੇ ਅਸੀਂ ਵੱਡੇ ਨਾਲ ਜੁੜ ਗਏ ਨਾ ਸਾਧ ਸੰਗਤ, ਜਿਹੜਾ ਵੱਡਾ ਕੌਣ? ਜਿਹੜਾ ਕੱਲ ਸਾਨੂੰ ਪੌੜੀ 'ਚ ਦੱਸਿਆ ਸੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਕੋਈ ਵੱਡਾ ਹੋਵੇ, ਸ਼ਾਹ ਹੋਵੇ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਮਾਲ ਧਨ ਕਿੰਨਾ? ਪਹਾੜਾਂ ਵਾਂਗੂ।
ਕੀੜੀ ਤੁਲ ਨਾ ਹੋਵਨੀ। ਬਸੰਤ ਸਵਰਗ ਲੋਕੈ, ਉੱਥੇ ਤੇ ਕਹਿੰਦਾ ਬਸਤਾ ਟੁੱਟੀ ਝੌਂਪੜੀ। ਦੂਜੇ ਪਾਸੇ ਮਹਾਰਾਜ ਕਹਿੰਦੇ ਕੋਈ ਦੁਨੀਆ ਤੇ ਐਸੇ, ਧਰਤੀ ਤੇ ਐਸੇ ਸੁੱਖ ਨਾ ਹੋਣ, ਮੰਨ ਲਓ ਇਹੋ ਜਿਹਾ ਵਾਸਾ ਹੋਵੇ ਬੰਦੇ ਦਾ, ਸਾਰਾ ਜ਼ੋਰ ਲੱਗ ਜਾਂਦਾ ਮਨੁੱਖ ਦਾ ਕਿ ਮੈਂ ਲੋਕਾਂ ਨੂੰ ਦੱਸਣਾ, ਵੇਖਿਆ ਮੇਰੇ ਘਰ ਕਿੱਦਾਂ ਦਾ। ਆਪਣੀਆਂ ਲੋੜਾਂ ਵਾਸਤੇ ਨਹੀਂ ਉਹ ਕਰ ਰਿਹਾ, ਦੱਸਣ ਵਾਸਤੇ ਕਰ ਰਿਹਾ। ਬਸੰਤ ਸਵਰਗ ਲੋਕੈ, ਜਿੱਤ ਤੇ ਪ੍ਰਿਥਵੀ ਨਵ ਖੰਡਣੈ। ਧਰਤੀ ਨਹੀਂ, 9 ਖੰਡਾਂ ਦਾ ਜੇਤੂ ਬਾਦਸ਼ਾਹ ਬਣ ਜੇ। ਬਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਵਾਹਿਗੁਰੂ ਵਿਸਰ ਗਿਆ, ਉਜੜਿਆ ਫਿਰਦਾ ਜੀ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ। ਜੇ ਉਸ ਜਿਹਨੂੰ ਕਹਿੰਦੇ ਨਾ ਜਿਹਦਾ ਵਜੂਦ ਹੀ ਕੋਈ ਨਹੀਂ, ਜਿਹਦੀ ਹਸਤੀ ਕੋਈ ਨਹੀਂ, ਜਿਹੜੀ ਰੀਂਗਦੀ ਫਿਰਦੀ ਹੈ, ਜੇ ਉਹਦੇ ਅੰਦਰ ਵੀ ਵਾਹਿਗੁਰੂ ਦਾ ਵਾਸਾ ਹੈ ਨਾ, ਤੇ ਇੱਕ ਪਾਸੇ ਸਮੁੰਦਰਾਂ ਜਿੱਡਾ ਥਾਹ ਬਾਦਸ਼ਾਹਤ ਵਾਲਾ, ਪਹਾੜਾਂ ਜਿੱਡੀ ਦੌਲਤ ਵਾਲਾ, ਉਹ ਉਸ ਕੀੜੀ ਦੀ ਬਰਾਬਰੀ ਵੀ ਨਹੀਂ ਕਰ ਸਕਦਾ ਜੇ ਉਸ ਕੀੜੀ ਦੇ ਅੰਦਰ ਵੱਡਾ ਬੈਠਾ ਹੋਇਆ। ਸੋ ਬਾਣੀ ਕੀ ਸਿਖਾਉਂਦੀ ਹੈ? ਕਤਰੇ ਤੋਂ ਸਮੁੰਦਰ ਬਣਨਾ ਸਿਖਾਉਂਦੀ ਹੈ। ਬਾਣੀ ਸਾਨੂੰ ਕੀ ਕਰ ਰਹੀ ਹੈ? ਸਾਧ ਸੰਗਤ, ਵੱਡੇ ਦੀਆਂ ਵਡਿਆਈਆਂ ਨਾਲ ਸਰਸ਼ਾਰ ਕਰ ਰਹੀ ਹੈ। ਸਾਨੂੰ ਨੀਚਾਂ ਤੋਂ ਊਚ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਾਈਆਂ ਮੇਰਾ, ਮਾਥੈ ਛਤਰ ਧਰੈ। ਮੈਂ ਤਾਂ ਬਹੁਤ ਨੀਚ ਸੀ, ਲੋਕੀ ਤੇ ਮੇਰੇ ਪਰਛਾਵੇਂ ਤੋਂ ਡਰਦੇ ਸੀ। ਜਾਂ ਕੀ ਛੋਤ ਜਗਤ ਕੋ ਲੱਗੈ, ਤਾਂ ਪਰ ਤੂੰ ਹੀ ਧਰੈ, ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਤੋ ਮਹਾਰਾਜ ਦਇਆ ਕਰਨ, ਸੱਚੀ ਮੁੱਚੀ ਇਹ ਮਨ ਮਿਟੇ। ਵੇਖੋ ਕਹਿਣਾ ਸੌਖਾ ਹੈ, ਇਹ ਗੁਰੂ ਕਲਾ ਵਰਤਾਵੇ। ਅਰਥ ਕਰਨੇ, ਕਥਾ ਕਰਨੀ ਸੌਖੀ ਹੈ। ਸਤਿਗੁਰੂ ਸਿਰ ਤੇ ਹੱਥ ਰੱਖੇ, ਹਉਮੈ ਮਿਟੇ, ਅਸੀਂ ਵੱਡੇ 'ਚ ਸਮਾ ਸਕੀਏ। ਸਾਰਿਆਂ ਦਾ ਹਜ਼ੂਰ ਆਇਆ ਸਫਲ ਕਰਨ, ਭੁੱਲਾਂ ਬਖਸ਼ਣੀਆਂ। ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।